कब हो न डरो और सौ जब जाए लड़ो निश्चय कर अपनी जीत करो 770 ਦੇ ਸਾਰੇ ਹੀ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਤੁਹਾਡਾ ਨਵਾਂ ਦੋਸਤ ਤੇ ਨਵਾਂ ਹੋਸਟ ਰੁਪਿੰਦਰ ਹੇਰ। ਰੇਡੀਓ ਪ੍ਰੋਗਰਾਮ ਜ਼ਿੰਦਾਬਾਦ ਲੈ ਕੇ ਹਾਜ਼ਰ ਹਾਂ ਹਰ ਸੰਡੇ ਨੂੰ ਦੁਪਹਿਰੇ 1 ਤੋਂ 2। ਇਸ ਪ੍ਰੋਗਰਾਮ ਵਿੱਚ ਗੱਲਾਂ ਹੋਣਗੀਆਂ ਤੁਹਾਡੀਆਂ, ਤੁਹਾਡੇ ਨਾਲ ਤੇ ਤੁਹਾਡੇ ਵਿਚਾਰ, ਕਮਿਊਨਿਟੀ ਦੀਆਂ ਗੱਲਾਂ, ਕਮਿਊਨਿਟੀ ਦੇ ਇਸ਼ੂਜ਼, ਤੁਹਾਡੇ ਇਸ਼ੂਜ਼, ਰੋਜ਼ ਦੇ ਇਸ਼ੂ, ਜ਼ਿੰਦਾ ਦਿਲੀ ਦੀਆਂ ਗੱਲਾਂ ਮੈਂ ਹਰ ਸੰਡੇ 1 ਤੋਂ 2 ਲੈ ਕੇ ਆਵਾਂਗਾ। ਰੇਡੀਓ ਜ਼ਿੰਦਾਬਾਦ। सोनिया सत श्री अकाल देह शिवा पर मोह शुभ कर मन ते कब हो न करो। ਕੁਝ ਚੀਜ਼ਾਂ ਦੀ ਰਾਖੀ ਕਰਨਾ ਬਣਦੀ ਆ, ਲੋੜ ਵੀ ਹੈਗੀ। ਚੰਗਾ ਏਜੰਟ, ਵਧੀਆ ਸਰਵਿਸ, the best rates, up to 80% discounts on car insurance। ਗੱਲ ਕੀ ਆਟੋ, ਹੋਮ, ਲਾਈਫ, ਟਰੱਕਿੰਗ ਫਲੀਟਸ ਐਂਡ ਨਾਨ ਫਲੀਟਸ, ਡਿਸੇਬਿਲਿਟੀ, ਗਰੁੱਪ ਬੈਨੀਫਿਟਸ, ਕਿੱਦਾਂ ਦੀ ਵੀ ਕਵਰੇਜ ਲਵੋ। ਆਰਮਰ ਚੇਤੇ ਰੱਖੋ, ਆਰਮਰ ਇੰਸ਼ੋਰੈਂਸ is partners with leading Canadian insurance companies। 24/7 online quotes 2-3 ਮਿੰਟਾਂ ਵਿੱਚ ਲਵੋ। ਆਰਮਰ ਇੰਸ਼ੋਰੈਂਸ ਬ੍ਰੋਕਰਸ 905452 5127 905 452 5127। ਰੇਡੀਓ ਜ਼ਿੰਦਾਬਾਦ ਦੇ ਸਾਰੇ ਹੀ ਸੁਣਨ ਵਾਲਿਆਂ ਨੂੰ ਬਹੁਤ ਬਹੁਤ ਨਿੱਘੀ ਜੀ ਆਇਆਂ, ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਸੋਸ਼ਲ ਮੀਡੀਆ ਦੇ ਥਰੂ ਸਾਰੀ ਵਰਲਡ ਜਿੱਥੇ ਜਿੱਥੇ ਵੀ ਸਾਡੇ ਪ੍ਰੋਗਰਾਮ ਜਿਹੜੇ ਆ ਸੁਣੇ ਜਾਂਦੇ ਆ, ਫੇਸਬੁੱਕ ਦੇ ਦੁਆਰਾ, ਇੰਸਟਾਗ੍ਰਾਮ ਦੇ ਦੁਆਰਾ, ਉਹਨਾਂ ਵੀ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਨਿੱਘੀ ਜੀ ਆਇਆਂ। ਇੱਕ ਛੋਟੀ ਜਿਹੀ ਬੇਨਤੀ ਜਿਹੜੀ ਹੈ ਉਹ ਰੇਡੀਓ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਜ਼ਰੂਰ ਕਰਨੀ ਚਾਹੁੰਦਾ ਹਾਂ। ਬਹੁਤ ਵਾਰੀ ਕਾਲਸ ਆਉਂਦੀਆਂ ਨੇ ਔਰ ਉਹ ਕਾਲ ਜਿਹੜੀਆਂ ਨੇ ਉਹ ਮੇਰੇ ਸੈੱਲ ਫੋਨ 'ਤੇ ਆਉਂਦੀਆਂ ਨੇ। ਸਾਰਿਆਂ ਨੂੰ ਮੈਂ ਸਟੂਡੀਓ ਦਾ ਨੰਬਰ ਜ਼ਰੂਰ ਦੇਣਾ ਚਾਹੁੰਦਾ ਤਾਂ ਕਿ ਤੁਸੀਂ ਅਗਰ ਕਾਲਸ ਕਰਨੀਆਂ ਨੇ ਤਾਂ ਸਟੂਡੀਓ ਦੇ ਨੰਬਰ 'ਤੇ ਕਾਲ ਕਰੋ ਤਾਂ ਕਿ ਅਸੀਂ ਤੁਹਾਨੂੰ ਔਨ ਏਅਰ ਕਰ ਸਕੀਏ। ਸਟੂਡੀਓ ਦਾ ਨੰਬਰ ਹੈਗਾ 416 620 1778 416 620 1778। ਇਸ ਨੰਬਰ 'ਤੇ ਕਾਲ ਕਰੋ। ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਜ਼ਰੂਰ ਤੁਹਾਡੀਆਂ ਕਾਲ ਜਿਹੜੀਆਂ ਨੇ ਉਹ ਔਨ ਏਅਰ ਕਰੀਏ ਔਰ ਆਪਣੇ ਤੁਸੀਂ ਵਿਚਾਰ ਦੇ ਸਕਦੇ ਹੋ। ਹਰ ਐਤਵਾਰ ਦੀ ਤਰ੍ਹਾਂ ਤੁਹਾਡੇ ਨਾਲ ਰੂਬਰੂ ਹੋਏ ਹਾਂ ਕੁਛ ਐਸੀਆਂ ਗੱਲਾਂ ਕਰਨ ਨੂੰ, ਕੁਛ ਐਸੇ ਨਿਊਜ਼ ਐਨਾਲਿਸਿਸ ਕਰਨ ਨੂੰ, ਕਿਉਂਕਿ ਖਬਰਾਂ ਅਸੀਂ ਸਾਰੇ ਸੁਣਦੇ ਹਾਂ ਮਗਰ ਉਹ ਖਬਰਾਂ ਜਿਹੜੀਆਂ ਨੇ ਉਹਨਾਂ ਦਾ ਐਨਾਲਿਸਿਸ ਕੀ ਹੈ, ਉਹਨਾਂ ਦੇ ਪਿੱਛੇ ਕੀ ਗੱਲਬਾਤ ਹੋ ਰਹੀ ਹੈ, ਕੀ ਕਿਵੇਂ ਉਹ ਖਬਰਾਂ ਜਿਹੜੀਆਂ ਨੇ ਅੱਗੇ ਨੂੰ ਉਹ ਸ਼ੇਪ ਲੈਣਗੀਆਂ, ਅੱਗੇ ਆਉਣ ਵਾਲੇ ਟਾਈਮ 'ਚ ਆਉਣਗੀਆਂ, ਉਹਨਾਂ ਦੀ ਗੱਲ ਅਸੀਂ ਜਿਹੜੀ ਆ ਉਹ ਜ਼ਰੂਰ ਕਰਾਂਗੇ। ਅੱਜ ਦੀਆਂ ਜਿਹੜੀਆਂ ਖਾਸ ਸਾਡਾ ਫੋਕਸ ਰਹੇਗਾ ਉਹ ਰਹੇਗਾ ਕੋਵਿਡ-19 ਦੇ ਕੁਛ ਅਸਰ, ਕੁਛ ਐਕਸਪਰਟ ਰਿਪੋਰਟਸ ਨੇ, ਨਾਲ ਮੇਨ ਮੁੱਦਾ ਰਹੇਗਾ ਪੰਜਾਬ ਦੇ ਵਿੱਚ ਬਹੁਤ ਸਾਰੇ ਤੋੜ ਮੋੜ ਹੋ ਰਹੇ ਨੇ। ਪੰਜਾਬ ਦੇ ਵਿੱਚ ਸਿੱਧੂ ਸਾਹਿਬ ਆਪਣੀ ਪ੍ਰਧਾਨਗੀ ਚਾਹੁੰਦੇ ਨੇ, ਕੈਪਟਨ ਸਾਹਿਬ ਆਪਣਾ ਰੁਤਬਾ ਜਿਹੜਾ ਆ ਉਹਨੂੰ ਛੱਡਣਾ ਨਹੀਂ ਚਾਹੁੰਦੇ। ਹੋਰ ਵੀ ਬਹੁਤ ਸਾਰੇ ਐਸੇ ਲੀਡਰ ਨੇ ਪੰਜਾਬ ਦੇ ਵਿੱਚ, ਚਾਹੇ ਰਵਨੀਤ ਬਿੱਟੂ ਹੋਣ, ਚਾਹੇ ਉਹ ਡਿੰਪਾ ਜੀ ਹੋਣ, ਚਾਹੇ ਉਹ ਸਰਕਾਰੀਆ ਨੇ, ਚਾਹੇ ਉਹ ਸੁਖਜਿੰਦਰ ਰੰਧਾਵਾ ਨੇ, ਚਾਹੇ ਉਹ ਸੰਤੋਖ ਸਿੰਘ ਚੌਧਰੀ ਨੇ, ਬੜੇ ਹੋਰ ਵੀ ਜਿਹੜੇ ਅਹੁਦੇਦਾਰ ਨੇ, ਕਾਂਗਰਸ ਦੇ ਲੀਡਰਸ ਨੇ, ਉਹਨਾਂ ਦੀ ਵੀ ਜਿਹੜੀ ਹੈ ਇਸ ਵੇਲੇ ਬੜੀ ਗਹਿਮਾ ਗਹਿਮੀ ਜਿਹੜੀ ਆ ਉਹ ਚੱਲ ਰਹੀ ਹੈ। ਉਹ ਗਹਿਮਾ ਗਹਿਮੀ ਜਿਹੜੀ ਆ ਉਹ ਕੀ ਕਰੇਗੀ, ਉਹ ਕਿਉਂ ਹੋ ਰਹੀ ਹੈ? ਕਈ ਲੋਕ ਇਹ ਸੋਚਦੇ ਨੇ ਕਿ ਸ਼ਾਇਦ ਕਿਉਂਕਿ ਕਾਂਗਰਸ ਦੀ ਸਰਕਾਰ ਦੀ ਕਾਰਜਕਾਰੀ ਜਿਹੜੀ ਹੈ ਉਹ ਕੋਈ ਖਾਸ ਵਧੀਆ ਨਹੀਂ ਰਹੀ, ਪਿੰਡਾਂ ਦੇ ਵਿੱਚ ਉਹਨਾਂ ਦੀ ਜਿਹੜੀ ਪੋਪੂਲੈਰਿਟੀ ਆ ਉਹ ਘੱਟ ਰਹੀ ਹੈ। ਕੁਛ ਤਬਕੇ ਦਾ ਇਹ ਮੰਨਣਾ ਹੈ ਕਿ ਸ਼ਾਇਦ ਇਹ ਡਿਸਟਰੈਕਸ਼ਨ ਹੈ, ਇਹ ਲੋਕਾਂ ਦਾ ਧਿਆਨ ਵੰਡਣ ਵਾਲਾ ਕੰਮ ਹੈ ਤਾਂ ਕਿ ਪੰਜਾਬੀ ਜਿਹੜੇ ਨੇ ਵੋਟਰ ਜਿਹੜਾ ਆ ਉਹ ਇਹਨਾਂ ਦੀ ਜਿਹੜੀ ਸਿਆਸੀ ਚਾਲਾਂ ਨੇ ਉਹਨਾਂ ਦੇ ਪਿੱਛੇ ਲੱਗਾ ਰਹੇ ਔਰ ਮੇਨ ਮੁੱਦਿਆਂ ਤੋਂ ਭਟਕ ਜਾਏ। ਦੂਸਰੇ ਪਾਸੇ ਜਿੱਥੇ ਆਮ ਆਦਮੀ ਪਾਰਟੀ ਇਹ ਹਮੇਸ਼ਾ ਹੀ ਕਹਿੰਦੀ ਰਹੀ ਹੈ ਕਿ ਅਸੀਂ ਕੁਆਲਿਟੀ ਦੇ ਉੱਤੇ ਜ਼ੋਰ ਦਿੰਦੇ ਹਾਂ, ਅਸੀਂ ਆਈਡੈਂਟੀਟੀ ਪੋਲੀਟਿਕਸ ਨਹੀਂ ਕਰਦੇ, ਅਸੀਂ ਧਰਮ ਦੀ ਰਾਜਨੀਤੀ ਨਹੀਂ ਕਰਦੇ, ਉੱਥੇ ਹੀ ਕੇਜਰੀਵਾਲ ਜੀ ਨੇ ਇਹ ਵੀ ਅਨਾਊਂਸ ਕੀਤਾ ਹੈ ਕਿ ਅਗਲਾ CM ਚਿਹਰਾ ਜਿਹੜਾ ਆ ਉਹ ਇੱਕ ਸਿੱਖ ਹੋਏਗਾ। ਕੀ ਇਹ ਆਈਡੈਂਟੀਟੀ ਪੋਲੀਟਿਕਸ ਹੋ ਰਹੀ ਹੈ? ਕੀ ਇਹ ਵਾਕਿਆ ਹੀ ਆਮ ਆਦਮੀ ਪਾਰਟੀ ਇਹ ਰਿਅਲਾਈਜ਼ ਕਰ ਚੁੱਕੀ ਹੈ ਕਿ ਸ਼ਾਇਦ ਇਹ ਇੱਕ ਤਰੀਕਾ ਹੈ ਅਤੇ ਮੈਜੋਰਿਟੀ ਜਿਹੜੀ ਹੈ ਪੰਜਾਬ ਦੇ ਵੋਟਰਸ ਦੀ ਉਹਨੂੰ ਆਪਣੇ ਪਿੱਛੇ ਲਾਉਣਾ? ਅਕਾਲੀ ਦਲ BSP ਦਾ ਸਮਝੌਤਾ ਜਿਹੜਾ ਹੈ ਅਸੀਂ ਸਾਰੇ ਜਾਣਦੇ ਹਾਂ। ਉਹ ਵੀ ਪਤਾ ਹੈ ਕਿ ਅਕਾਲੀ ਦਲ ਔਰ BSP ਜਿਹੜੀ ਹੈ ਉਹ ਇਕੱਠੀ ਕਿਉਂ ਹੋਈ ਹੈ। ਨਾਲ ਹੀ ਅਸੀਂ ਜ਼ਰੂਰ ਗੱਲ ਕਰਾਂਗੇ
ਕਿ ਅਗਰ ਇਵੇਂ ਹੀ ਚੱਲਦਾ ਰਿਹਾ ਤੇ ਪੰਜਾਬ ਦੇ ਵਿੱਚ ਕੀ ਵਾਕਿਆ ਹੀ ਕੋਈ ਅਨਇੰਪਲੋਇਮੈਂਟ ਜਾਂ ਡਰੱਗਸ ਦੇ ਇਸ਼ੂ 'ਤੇ ਕੋਈ ਗੱਲ ਕਰੇਗਾ। ਨਵਜੋਤ ਸਿੰਘ ਸਿੱਧੂ ਨੇ ਜਿਹੜੇ ਟਵੀਟ ਕੀਤੇ ਨੇ, ਸਿੱਧਾ ਨਿਸ਼ਾਨਾ ਉਹਨਾਂ ਨੇ DGP ਦੇ ਉੱਤੇ ਸਾਧਿਆ। ਉਹਨਾਂ ਨੇ ਖੁੱਲ੍ਹ ਕੇ ਪੁੱਛਿਆ ਕਿ ਹਾਈ ਕੋਰਟ ਪੰਜਾਬ ਨੇ ਜਿਹੜੀ ਇੱਕ ਸਪੈਸ਼ਲ ਟਾਸਕ ਫੋਰਸ ਬਣਾਈ ਸੀਗੀ ਡਰੱਗਸ ਦੇ ਉੱਤੇ, ਉਹਦੀ ਰਿਪੋਰਟ ਜਿਹੜੀ ਸੀਗੀ ਪੰਜਾਬ ਗੌਰਮੈਂਟ ਨੂੰ ਦਿੱਤੀ ਸੀਗੀ ਐਕਸ਼ਨ ਲੈਣ ਵਾਸਤੇ, ਉਹਦੇ ਉੱਤੇ ਅਜੇ ਤੱਕ ਪੰਜਾਬ ਗੌਰਮੈਂਟ ਨੇ ਕਿਉਂ ਨਹੀਂ ਐਕਸ਼ਨ ਲਿਆ। ਉਹਦੇ ਵਿੱਚ ਬਹੁਤ ਸਾਰੇ ਲੀਡਰਸ ਦਾ ਔਰ ਬੜੇ ਮਸ਼ਹੂਰ ਲੋਕਾਂ ਦਾ ਨਾਂ ਸੀਗਾ, ਇਨਵੋਲਵਡ ਸੀਗਾ, ਉਹਦੇ ਉੱਤੇ ਪੰਜਾਬ ਸਰਕਾਰ ਨੇ ਕਿਉਂ ਨਹੀਂ ਕੀਤਾ। ਕਿ ਵਾਕਈ ਪੰਜਾਬ ਸਰਕਾਰ ਜਾਂ ਕੈਪਟਨ ਸਾਹਿਬ ਉਹ ਲੋਕ ਜਿਹੜੇ ਕਿ ਉਹਨਾਂ ਦੀ ਆਪੋਜੀਸ਼ਨ 'ਚ ਨੇ, ਉਹ ਪਾਵਰਫੁਲ ਲੋਕ ਨੇ, ਉਹਨਾਂ ਨੂੰ ਹੱਥ ਪਾਏਗੀ ਕਿ ਵਾਕਈ ਪੰਜਾਬ ਦੇ ਵਿੱਚੋਂ ਡਰੱਗਸ ਜਿਹੜੀ ਹੈ ਉਹ ਕਦੀ ਖਤਮ ਹੋਏਗੀ। ਚਾਹੇ ਇੰਟਰਨੈਸ਼ਨਲ ਲੈਵਲ 'ਤੇ ਵੇਖਿਆ ਜਾਏ, ਚਾਹੇ ਕੈਨੇਡਾ ਦੇ ਵਿੱਚ ਵੇਖਿਆ ਜਾਏ, ਅਗਰ ਇੱਥੇ ਵੀ ਅਗਰ ਕੋਈ ਡਰੱਗਸ ਦੇ ਲੋਕ 61 ਮਿਲੀਅਨ ਦੀ ਡਰੱਗ ਇੱਥੇ ਵੀ ਫੜੀ ਗਈ ਹੈ, ਉਹਦੇ ਵਿੱਚ ਸਿੱਧਾ ਉਹਦੇ ਨਾਂ ਜਦੋਂ ਅਸੀਂ ਪੜ੍ਹਦੇ ਹਾਂ ਬੜਾ ਕਲੀਅਰਲੀ ਪਤਾ ਚੱਲਦਾ ਹੈ ਕਿ ਉਹ ਨਾਵਾਂ ਦਾ ਕਿਤੇ ਨਾ ਕਿਤੇ ਸੰਬੰਧ ਪੰਜਾਬ ਦੇ ਨਾਲ ਹੈ, ਸਾਡੀ ਕਮਿਊਨਿਟੀ ਦੇ ਨਾਲ ਹੈ। ਕਿਵੇਂ ਇਹ ਚੀਜ਼ ਜਿਹੜੀ ਹੈ ਕੈਪਟਨ ਅਮਰਿੰਦਰ ਸਿੰਘ ਜਾਂ DGP ਇਹ ਲਗਾਤਾਰ ਦਾਅਵੇ ਕਰ ਰਹੇ ਨੇ ਕਿ ਪੰਜਾਬ ਦੇ ਵਿੱਚ ਡਰੱਗ ਜਿਹੜੀ ਹੈ ਖਤਮ ਹੋ ਗਈ ਹੈ। ਨਾਲ ਅਸੀਂ ਇਸ ਚੀਜ਼ ਦੀ ਵੀ ਗੱਲ ਕਰਾਂਗੇ ਕਿ ਜੰਮੂ ਐਂਡ ਕਸ਼ਮੀਰ ਨੂੰ 2019 ਦੇ ਵਿੱਚ ਪ੍ਰੈਜ਼ੈਂਟ ਜਿਹੜੀ ਗੌਰਮੈਂਟ ਆਫ ਇੰਡੀਆ ਹੈ ਉਹਨੇ ਉਹਦਾ ਸਟੇਟਹੁੱਡ ਜਿਹੜੀ ਸੀਗੀ ਉਹਨੂੰ ਰਾਜ ਦਾ ਜਿਹੜਾ ਸੀਗਾ ਇੱਕ ਸਟੇਟ ਦਾ ਅਹੁਦਾ ਜਿਹੜਾ ਸੀਗਾ ਉਹ ਖਤਮ ਕਰਤਾ, ਉਹਨੂੰ ਯੂਨੀਅਨ ਟੈਰੀਟਰੀ ਬਣਾਤਾ। ਗੁਪਕਾਰ ਕਮੇਟੀ ਜਿਹੜੀ ਹੈ ਉਹ ਇੱਕ ਬਣੀ ਹੈ, ਸਾਰੇ ਜਿੰਨੇ ਵੀ ਲੀਡਰਸ ਨੇ ਕਸ਼ਮੀਰ ਦੇ ਉਹ ਸਾਰੇ ਇਕੱਠੇ ਹੋਏ ਨੇ, ਆਪਣੇ ਮਤਭੇਦ ਜਿਹੜੇ ਆ ਉਹਨਾਂ ਨੇ ਖਤਮ ਕਰਕੇ ਇੱਕ ਇਕੱਠਾ ਮੋਰਚਾ ਬਣਾਇਆ। ਉਹਨਾਂ ਦੀ ਮੁਲਾਕਾਤ ਜਿਹੜੀ ਆ ਦਿੱਲੀ ਵਿੱਚ ਹੋਈ। ਕੀ ਉਹਨਾਂ ਨੂੰ ਦੱਸਿਆ ਗਿਆ ਇਸ ਵੇਲੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੀ ਕਹਿ ਰਹੇ ਨੇ ਕਿ ਤੁਹਾਨੂੰ ਵਾਪਸ ਜਿਹੜਾ ਕਸ਼ਮੀਰ ਨੂੰ ਸਟੇਟਹੁੱਡ ਦਾ ਸਟੇਟ ਬਣਾ ਦਿੱਤਾ ਜਾਏਗਾ। ਕਿਉਂ ਬਣਾਇਆ ਜਾਏਗਾ, ਕਦੋਂ ਬਣੇਗੀ ਇਹ ਚੀਜ਼, ਕਿਉਂ ਬਣਨੀ ਹੈ, ਔਰ ਕੀ ਵਾਕਿਆ ਕਸ਼ਮੀਰ ਦੇ ਲੋਕਾਂ ਨਾਲ ਜਿਹੜੇ ਉੱਥੋਂ ਦੇ ਲੀਡਰ ਨੇ ਉਹ ਸਹੀ ਕਰ ਰਹੇ ਨੇ, ਕੀ ਵਾਕਿਆ ਹੀ ਉਹਨਾਂ ਦੇ ਹਿੱਤ ਦੀ ਉਹ ਗੱਲ ਕਰ ਰਹੇ ਨੇ। ਕਈ ਵਾਰ ਲੋਕ ਇਸ ਚੀਜ਼ 'ਤੇ ਵੀ ਸਵਾਲ ਖੜੇ ਕਰਦੇ ਨੇ ਕਿ 1958 ਦੇ ਵਿੱਚ ਸ਼ੇਖ ਅਬਦੁੱਲਾ ਨੂੰ ਜੇਲ੍ਹ ਕਰ ਦਿੱਤੀ ਗਈ ਔਰ 1971 ਦੀ ਲੜਾਈ ਤੋਂ ਬਾਅਦ ਜਦੋਂ ਇੰਦਰਾ ਗਾਂਧੀ ਜੀ ਨੂੰ ਲੱਗਾ ਕਿ ਉਹਨਾਂ ਦੀ ਲੋੜ ਹੈ ਕਸ਼ਮੀਰ ਨੂੰ ਸੰਭਾਲਣ ਵਾਸਤੇ, ਕਿਉਂਕਿ 71 ਵਾਰ ਦਾ ਆਊਟਕਮ ਜਿਹੜਾ ਸੀਗਾ ਉਹਦੇ ਪੋਸਟ 1971 ਵਾਰ ਇਹ ਖਤਰਾ ਮਹਿਸੂਸ ਹੋ ਰਿਹਾ ਸੀਗਾ ਕਿ ਸ਼ਾਇਦ ਕਸ਼ਮੀਰ ਦੇ ਲੋਕ ਜਿਹੜੇ ਆ ਉਹ ਡਿਸਟਰਬ ਹੋਣ। ਉਸ ਟਾਈਮ ਉਹਨਾਂ ਨੂੰ 1973 ਵਿੱਚ ਲਿਆ ਕੇ ਫਿਰ ਉਹਨਾਂ ਨੂੰ CM ਬਣਾ ਦਿੱਤਾ ਗਿਆ, ਉੱਥੋਂ ਦੀ ਸਦਰੇ ਰਿਆਸਤ ਜਿਹੜਾ ਸੀਗਾ ਉਹਨਾਂ ਨੂੰ ਬਣਾ ਦਿੱਤਾ ਗਿਆ। ਇਹ ਇੱਕ ਬੜੀ ਨੋਨ ਗੱਲ ਹੈ ਕਿ ਅਬਦੁੱਲਾ ਫੈਮਿਲੀ ਔਰ ਕਾਂਗਰਸ ਗਾਂਧੀ ਫੈਮਿਲੀ ਜਿਹੜੀ ਆ ਉਹ ਬਹੁਤ ਕਰੀਬੀ ਰਹੇ ਨੇ। ਸ਼ੇਖ ਅਬਦੁੱਲਾ ਦੇ ਬੇਟੇ ਫਰੂਕ ਅਬਦੁੱਲਾ ਜੀ ਰਾਜੀਵ ਗਾਂਧੀ ਜੀ ਦੇ ਬੜੇ ਨਿੱਜੀ ਦੋਸਤ ਵੀ ਰਹੇ ਨੇ। ਔਰ ਕਿੱਥੇ ਕਸ਼ਮੀਰੀਆਂ ਦੀ ਐਕਚੁਅਲੀ ਕੋਈ ਗੱਲ ਹੋ ਰਹੀ ਹੈ ਜਾਂ ਨਹੀਂ ਹੋ ਰਹੀ, ਇਸ ਵੇਲੇ ਭਾਰਤੀ ਜਨਤਾ ਪਾਰਟੀ ਜਿਹੜੀ ਗੌਰਮੈਂਟ ਹੈ ਕਿਉਂ ਉਹਨੂੰ ਲੱਗ ਰਿਹਾ ਕਿ ਵਾਪਸ ਜਿਹੜੀ ਆ ਇਹ ਗੱਲਬਾਤ ਜਿਹੜੀ ਹੈ ਇਹ ਕਰਨੀ ਚਾਹੀਦੀ ਹੈ। ਪ੍ਰਧਾਨ ਮੰਤਰੀ ਜੀ ਨੇ ਅਨਾਊਂਸਮੈਂਟ ਕੀਤੀ, ਖਾਸ ਉਹਨਾਂ ਨੇ ਮੀਟਿੰਗ ਬੁਲਾਈ ਹੈ ਦਿੱਲੀ ਦੇ ਵਿੱਚ, ਔਰ ਉਹ ਜਿਹੜੀ ਦਿੱਲੀ ਦੇ ਵਿੱਚ ਮੀਟਿੰਗ ਬੁਲਾਈ ਆ ਉਹ ਇੱਕ ਉਸ ਦਿਨ ਦੀ ਵੀ ਇੱਕ ਮਹੱਤਤਾ ਹੈ, ਉਹਦੀ ਵੀ ਗੱਲ ਅਸੀਂ ਜ਼ਰੂਰ ਕਰਾਂਗੇ। ਕਿਉਂਕਿ ਸਾਨੂੰ ਸਾਡੇ ਸੁਣਨ ਵਾਲਿਆਂ ਸਾਰਿਆਂ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਕਿ ਸ਼ਾਮਾ ਪ੍ਰਸਾਦ ਮੁਖਰਜੀ ਇਹ ਭਾਰਤੀ ਜਨਸੰਘ ਦੇ ਉਹ ਉੱਘੇ ਲੀਡਰ ਸੀਗੇ ਜਿਨ੍ਹਾਂ ਨੇ 1953 ਦੇ ਵਿੱਚ ਪਹਿਲੀ ਵਾਰ 370 ਦੇ ਅਗੇਂਸਟ ਔਰ ਆਰਟੀਕਲ 35 ਦੇ ਅਗੇਂਸਟ ਜਿਹੜੇ ਸੀਗੇ ਐਜੀਟੇਸ਼ਨ ਕੀਤੀ ਸੀਗੀ। ਔਰ ਸਾਨੂੰ ਇਹ ਪਤਾ ਹੈ ਕਿ ਉਹਨਾਂ ਨੂੰ ਜੇਲ੍ਹ ਹੋਈ ਔਰ ਉਹ ਜੇਲ੍ਹ ਦੇ ਵਿੱਚ ਉਹਨਾਂ ਦੀ ਡੈਥ ਵੀ ਹੋਈ। ਇਹ ਮੁੱਦਾ ਉਸ ਟਾਈਮ ਦਾ ਭਾਰਤੀ ਜਨਤਾ ਪਾਰਟੀ ਦੇ ਸਿਰ ਦਿਮਾਗ 'ਤੇ ਸੀ ਔਰ ਉਹਨੂੰ ਸ਼ੁਰੂ ਕਰਨ ਵਾਲਾ ਸੀਗਾ ਸ਼ਾਮਾ ਪ੍ਰਸਾਦ ਮੁਖਰਜੀ ਜਿਹੜੇ ਕਿ ਭਾਰਤੀ ਜਨਸੰਘ ਦੇ ਉੱਘੇ ਲੀਡਰ ਸੀਗੇ ਉਸ ਟਾਈਮ। ਸੋ ਇਹਦੀ ਜਿਹੜੀ ਹੈ ਗੱਲਬਾਤ ਸਾਰਿਆਂ ਨਾਲ ਕੀਤੀ ਜਾਏਗੀ। ਇਹਨਾਂ ਸਾਰੇ ਮੁੱਦਿਆਂ ਉੱਤੇ ਅਗਰ ਤੁਸੀਂ ਕਿਸੇ ਨੇ ਵੀ ਆਪਣੇ ਵਿਚਾਰ ਦੇਣੇ ਹੋਣ ਤੇ ਸਾਨੂੰ ਸਟੂਡੀਓ ਦਾ ਨੰਬਰ 'ਤੇ 416 620 1778 416 620 1778 'ਤੇ ਕਾਲ ਕਰਕੇ ਆਪਣੇ ਵਿਚਾਰ ਦੇ ਸਕਦੇ ਹੋ। ਅਸੀਂ ਪਹਿਲਾਂ ਗੱਲ ਕਰਾਂਗੇ ਕਿ ਇਸ ਵੇਲੇ ਪੰਜਾਬ ਦੇ ਵਿੱਚ ਕਾਂਗਰਸ ਦੀ ਗੇਮ ਪਲਾਨ ਕੀ ਹੈ। ਇੱਕ ਪਾਸੇ ਤਾਂ ਕੈਪਟਨ ਸਾਹਿਬ ਪਾਂਡੇ ਜੀ ਦੇ ਔਰ ਫਤਿਹ ਜੰਗ ਬਾਜਵੇ ਦੇ ਬੇਟੇ ਅਰਜਨ ਬਾਜਵੇ ਨੂੰ ਇੰਸਪੈਕਟਰ ਦੀ ਔਰ ਇੱਕ ਨੂੰ ਨਾਇਬ ਤਹਿਸੀਲਦਾਰ ਦੀ ਡਾਇਰੈਕਟ
ਭਰਤੀ ਜਿਹੜੀ ਆ ਉਹ ਕਰਦੇ ਨੇ। ਅਨਾਊਂਸਮੈਂਟ ਕੀਤੀ ਜਾਂਦੀ ਹੈ, ਬਹੁਤ ਤਿੱਖੀ ਪ੍ਰਤੀਕਿਰਿਆ ਜਿਹੜੀ ਆ ਉਹ ਹੋਈ ਔਰ ਫਤਿਹ ਜੰਗ ਬਾਜਵਾ ਸਤਨਾਮ ਸਿੰਘ ਬਾਜਵਾ ਦੇ ਬੇਟੇ ਨੇ। ਸਤਨਾਮ ਸਿੰਘ ਬਾਜਵਾ ਕਾਂਗਰਸ ਦੇ ਕਾਦੀਆਂ ਹਲਕੇ ਤੋਂ ਬੜੇ ਉੱਘੇ ਪੰਜਾਬ ਦੇ ਕਾਂਗਰਸ ਦੇ ਲੀਡਰ ਵੀ ਰਹੇ ਨੇ ਔਰ ਸਾਨੂੰ ਸਾਰਿਆਂ ਨੂੰ ਪਤਾ ਕਿ 34 ਸਾਲ ਪਹਿਲਾਂ ਅੱਤਵਾਦ ਦੇ ਟਾਈਮ 'ਚ ਉਹਨਾਂ ਨੂੰ ਅੱਤਵਾਦੀਆਂ ਨੇ ਮਾਰਤਾ ਸੀਗਾ ਔਰ ਉਹ ਇਸ ਵੇਲੇ ਉਹਨਾਂ ਦੀ ਸ਼ਹਾਦਤ ਜਿਹੜੀ ਹੈ ਉਹਨੂੰ ਮੁੱਦੇ ਨਜ਼ਰ ਰੱਖ ਕੇ ਕੈਪਟਨ ਸਾਹਿਬ ਨੇ ਉਹਨਾਂ ਦੇ ਪੋਤੇ ਅਰਜਨ ਬਾਜਵੇ ਨੂੰ ਫਤਿਹ ਜੰਗ ਬਾਜਵੇ ਦੇ ਬੇਟੇ ਨੂੰ ਜਿਹੜੀ ਸੀਗੀ ਡਾਇਰੈਕਟ ਇੰਸਪੈਕਟਰ ਦੀ ਪੋਸਟ ਜਿਹੜੀ ਸੀਗੀ ਆਫਰ ਕੀਤੀ। ਮਗਰ ਪ੍ਰੈਸ ਕਾਨਫਰੰਸ ਕਰਕੇ ਫਤਿਹ ਜੰਗ ਬਾਜਵਾ ਔਰ ਉਹਨਾਂ ਦੇ ਬੇਟੇ ਨੇ ਕਲੀਅਰਲੀ ਧੰਨਵਾਦ ਕੀਤਾ ਕੈਪਟਨ ਸਾਹਿਬ ਦਾ ਔਰ ਨਾਲ ਹੀ ਉਹਨਾਂ ਨੇ ਡਿਕਲਾਈਨ ਕੀਤਾ। ਉਹਨਾਂ ਨੇ ਕਿਹਾ ਕਿ ਅਸੀਂ ਇਹ ਜਿਹੜੀ ਜੌਬ ਹੈ, ਇਹ ਪੋਸਟ ਜਿਹੜੀ ਹੈ ਨਹੀਂ ਲੈ ਰਹੇ ਕਿਉਂਕਿ ਕੁਛ ਲੋਕ ਜਿਹੜੇ ਆ ਸਾਡੇ ਦਾਦਾ ਜੀ ਦੇ ਜਿਹੜੇ ਸਤਨਾਮ ਸਿੰਘ ਬਾਜਵਾ ਨੇ ਉਹਨਾਂ ਦੀ ਸ਼ਹਾਦਤ ਜਿਹੜੀ ਆ ਉਹਦੇ ਉੱਤੇ ਵੀ ਸਵਾਲ ਖੜ੍ਹ ਰਹੇ ਹੈ, ਇਸ ਕਰਕੇ ਅਸੀਂ ਇਹ ਜੌਬ ਨਹੀਂ ਲੈ ਰਹੇ। ਦੂਸਰੇ ਪਾਸੇ ਸੁਨੀਲ ਜਾਖੜ ਜੀ ਇੱਕ ਖੁੱਡੇ ਲਾਈਨ ਲੱਗ ਚੁੱਕੇ ਨੇ, ਉਹਨਾਂ ਦੇ ਨਾਲ ਕਿ ਇੱਕ ਟਾਈਮ ਕੈਪਟਨ ਸਾਹਿਬ ਦੇ ਨਾਲ ਸੀਗੇ। ਸਾਨੂੰ ਸਾਰਿਆਂ ਨੂੰ ਪਤਾ ਕਿ ਗੁਰਦਾਸਪੁਰ ਦੀ ਸੀਟ ਤੋਂ ਸੰਨੀ ਦਿਓਲ ਜਿੱਤੇ, ਉਸ ਟਾਈਮ ਪ੍ਰਤਾਪ ਬਾਜਵਾ ਦਾ ਰੋਲ ਜਿਹੜਾ ਸੀਗਾ ਉਹ ਸੁਨੀਲ ਜਾਖੜ ਦੇ ਅਗੇਂਸਟ ਸੀਗਾ, ਜਿੱਥੇ ਕਿ ਸੁਨੀਲ ਜਾਖੜ ਜੀ ਹਾਰੇ। ਇਸ ਵੇਲੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਜਿਹੜੀ ਆ ਉਹਦਾ ਪ੍ਰਧਾਨਗੀ ਵਾਸਤੇ ਵੀ ਬੜੇ ਲੋਕਾਂ ਦੀ ਨਜ਼ਰ ਟਿਕੀ ਹੋਈ ਹੈ, ਇਨਕਲੂਡਿੰਗ ਰਵਨੀਤ ਬਿੱਟੂ ਜੀ। ਸਾਡੇ ਨਾਲ ਸਾਡੇ ਕਾਲਰਸ ਵੀ ਜੁੜਨਾ ਸ਼ੁਰੂ ਹੋ ਗਏ ਨੇ। ਜੈਰਤ ਜੀ, ਤੁਸੀਂ ਔਨ 에ਅਰ ਹੋ ਰੇਡੀਓ ਜ਼ਿੰਦਾਬਾਦ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਪਹਿਲਾਂ ਤਾਂ ਕਰਨ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ। ਤੁਹਾਡੇ ਸੁਣ ਰਿਹਾ ਸੀ ਪਹਿਲਾਂ ਕਸ਼ਮੀਰ ਦਾ ਮਸਲਾ ਜੀ। ਪਹਿਲਾਂ ਤਾਂ ਮੈਂ ਇਸ ਚੀਜ਼ ਨੂੰ ਸਪੋਰਟ ਕਰਦਾ ਕਿ ਮੋਦੀ ਸਾਹਿਬ ਨੇ ਮੀਟਿੰਗ ਬੁਲਾਈ ਔਰ 5 ਜਿਹੜੇ ਮੇਨ ਮੁੱਦੇ ਸੀ ਉਹਨਾਂ ਦੇ ਅੱਗੇ ਰੱਖੇ ਜੀ, ਤੇ ਉਹ ਮੇਰੇ ਖਿਆਲ ਦੇ ਵਿੱਚ ਇਹ ਕਾਗਜ਼ਾਂ 'ਚ ਰਹਿਣਗੇ, ਪ੍ਰੈਕਟੀਕਲ ਇਹਦਾ 'ਚ ਕੋਈ ਨਹੀਂ ਆਏਗਾ। ਔਰ ਤੁਸੀਂ ਜਾਣਦੇ ਹੋ ਬੜੀ ਅੱਛੀ ਤਰ੍ਹਾਂ, ਬੈਟਰ ਦੈਨ ਮੀ, ਕਿ ਤੁਸੀਂ ਤਾਂ ਕਸ਼ਮੀਰ ਦੇ ਵਿੱਚ ਮੇਰੇ ਖਿਆਲ ਤੁਹਾਡੀ ਅਸਾਈਨਮੈਂਟ ਵੀ ਰਹੀ ਹੈ ਜੀ। ਔਰ ਕਿਉਂਕਿ ਕਿਹੜੇ ਪੀਓਕੇ ਤੋਂ ਪਾਰਟਿਕੂਲਰਲੀ ਹਿੰਦੂ ਮੋਸਟਲੀ ਕਿਹੜੇ ਉੱਠ ਕੇ ਆਏ ਸੀ ਕਸ਼ਮੀਰ ਦੇ ਵਿੱਚ, ਤੇ ਕਸ਼ਮੀਰ ਦੀ ਗਵਰਨਮੈਂਟ ਨੇ ਉਹਨਾਂ ਨੂੰ ਉੱਥੇ ਦੀ ਸਿਟੀਜ਼ਨ ਦੇਣ ਤੋਂ ਇਨਕਾਰ ਕੀਤਾ ਔਰ ਫਿਰ ਉਹ ਕਾਫੀ ਜੰਮੂ ਦੇ ਕੈਂਪਾਂ 'ਚ ਰਹੇ ਆ, ਉਹ ਦਿੱਲੀ ਗਏ ਆ, ਜਲੰਧਰ ਗਏ, ਹੋਰ ਕਿਤੇ ਸ਼ਹਿਰਾਂ 'ਚ ਕਾਫੀ ਗਏ ਆ। ਉਹਨਾਂ ਦੀ ਗਿਣਤੀ 8-9 ਲੱਖ ਹੈ। ਮੋਦੀ ਸਾਹਿਬ ਨੇ ਕਿਹਾ ਕਿ ਐਟਲੀਸਟ ਕਿਹੜੇ 88 ਔਰ 99 ਦੇ ਵਿੱਚ ਕਿਹੜੇ 6 ਲੱਖ ਦੇ ਲਗਭਗ ਆ ਗਿਆ, ਉਹਨਾਂ ਨੂੰ ਪੁਨः ਉੱਥੇ ਵਿਸ਼ਵਾਸ ਕੀਤਾ ਜਾਏਗਾ। ਇਹ ਬੜੀ ਅੱਛੀ ਗੱਲ ਹੈ। ਔਰ ਦੂਸਰੀ ਚੀਜ਼ ਹੈ ਕਿ ਸ਼ਾਮਾ ਪ੍ਰਸਾਦ ਮੁਖਰਜੀ ਖੜੇ ਸੀਗੇ, ਪੰਡਿਤ ਜਵਾਹਰ ਲਾਲ ਨਹਿਰੂ ਦੀ ਕੈਬਨਿਟ ਦੇ ਵਿੱਚ ਹਮੇਸ਼ਾ ਆਪੋਜੀਸ਼ਨ ਦੇ ਵਿੱਚ 1, 2, 3 ਮਿਨਿਸਟਰ ਹੁੰਦੇ ਸੀ। ਸ਼ਾਮਾ ਪ੍ਰਸਾਦ ਜੀ ਉਸ ਲਈ ਕੈਬਨਿਟ ਮਿਨਿਸਟਰ ਸੀਗੇ। ਕਿਲੇ 370 ਕੈਬਨਿਟ ਦੇ ਵਿੱਚ ਅਪਰੂਵ ਕੀਤੀ ਆ, ਸ਼ਾਮਾ ਪ੍ਰਸਾਦ ਜੀ ਨੇ ਖੁਦ ਸਾਈਨ ਕੀਤੇ ਆ ਔਰ ਉਹ ਉੱਥੇ ਜਾ ਰਹੇ ਸੀਗੇ ਸ੍ਰੀਨਗਰ ਝੰਡਾ ਚੜਾਉਣ ਲਾਲ ਚੌਂਕ ਤੇ, ਔਰ ਉਹਨਾਂ ਨੂੰ ਅੱਗੇ ਜਾਣ ਨਹੀਂ ਦਿੱਤਾ ਤੇ ਉਹਨਾਂ ਨੂੰ ਅਰੈਸਟ ਕਰ ਲਿਆ ਸੀਗਾ ਔਰ ਕਿਹਾ ਜਾਂਦਾ ਹੈ ਉਹਨਾਂ ਦਾ ਕਤਲ ਹੋਇਆ, ਉਹ ਜੇਲ੍ਹ ਦੇ ਵਿੱਚ ਉਹਨਾਂ ਦੀ ਡੈਥ ਨਹੀਂ ਹੋਈ। ਮੈਂ ਇੰਨਾ ਹੀ ਟੱਚ ਅਪ ਕਰਨਾ ਚਾਹੁੰਦਾ। ਠੀਕ ਹੈ ਜੀ, ਮਿਹਰਬਾਨੀ। ਬੇਸ਼ੱਕ ਇਹ ਸਾਡਾ ਮੁੱਦਾ ਜਿਹੜਾ ਸੀਗਾ ਸੈਕਿੰਡ ਹਾਫ ਸੀਗਾ, ਮਗਰ ਤੁਸੀਂ ਜਿਹੜੀ ਗੱਲ ਕੀਤੀ ਅਸੀਂ ਇੱਥੇ ਜ਼ਰੂਰ ਕਲੀਅਰ ਕਰ ਦਿੰਦੇ ਹਾਂ ਜੀ। ਜਰਾ ਜੀ, ਪਲਾਨ ਵੇਖੋ ਬੜਾ ਸਿੰਪਲ ਹੈ। ਮੋਦੀ ਗਵਰਨਮੈਂਟ ਦਾ ਪਲਾਨ ਇਹ ਹੈ ਕਿ ਉਹਨਾਂ ਨੇ 5 ਮੇਨ ਜਿਹੜੇ ਚੀਜ਼ਾਂ ਜਿਹੜੀਆਂ ਨੇ ਵਰਲਡ ਨੂੰ ਦੱਸਣੀਆਂ ਨੇ। ਉਹਦੇ ਵਿੱਚ ਇੱਕ ਜਿਹੜੀ ਹੈ ਉਹਨਾਂ ਨੇ ਇਹ ਗੱਲ ਕਰਨੀ ਹੈ ਕਿ ਅਸੀਂ ਵੇਖੋ ਜੀ ਹੁਣ ਸ਼ਾਂਤਮਈ ਡੈਮੋਕ੍ਰੈਟਿਕ ਤਰੀਕੇ ਨਾਲ ਜਿਹੜੀਆਂ ਨੇ ਇੱਥੇ ਇਲੈਕਸ਼ਨਾਂ ਕਰਵਾਈਆਂ ਨੇ। ਪ੍ਰਾਇਰਟੀ ਇਸ ਵੇਲੇ ਜਿਹੜੀ ਹੈ ਗਵਰਨਮੈਂਟ ਦੀ ਇਹ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਫਟਾਫਟ ਜਿਹੜੀ ਆ ਲਿਮਿਟੇਸ਼ਨ ਕੀਤੀ ਜਾਏ। ਸਾਨੂੰ ਸਾਰਿਆਂ ਨੂੰ ਪਤਾ ਕਿ ਜਦੋਂ 2008 ਦੇ ਵਿੱਚ ਸਾਰੇ ਇੰਡੀਆ ਦੇ ਵਿੱਚ ਸਾਰੀਆਂ ਸਟੇਟਸ ਦੀ ਡੀਲਿਮਿਟੇਸ਼ਨ ਕੀਤੀ ਹੈ ਕਿ ਕਿੰਨੀਆਂ ਸੀਟਾਂ ਹੋਣਗੀਆਂ, ਕਿਹੜੀ ਕੌਨਸਟੀਚੁਐਂਸੀਜ਼ ਹੋਣਗੀਆਂ, ਉਦੋਂ ਕਸ਼ਮੀਰ ਦੇ ਵਿੱਚ ਉਹ ਨਹੀਂ ਸੀ ਹੋ ਸਕੀ। ਔਰ ਇੱਕ ਤਾਂ ਉਹ ਸਭ ਤੋਂ ਵੱਡੀ ਪ੍ਰਾਇਰਟੀ ਹੈ ਕਿ ਉਹਨਾਂ ਨੇ ਜਿਹੜੀਆਂ ਕੌਨਸਟੀਚੁਐਂਟਸ ਨੇ ਜਾਂ ਕੌਨਸਟੀਚੁਐਂਸੀ ਦੀ ਜਿਹੜੀ ਏਰੀਆਜ਼ ਨੇ ਉਹਨਾਂ ਨੂੰ ਚੇਂਜ ਕਰਨਾ ਹੈ ਔਰ ਉੱਥੇ ਕਿੰਨੇ ਜੰਮੂ ਦੇ MLA ਹੋਣਗੇ, ਕਿੰਨੇ ਕਸ਼ਮੀਰ 'ਚ ਹੋਣਗੇ, ਕਿੰਨੇ ਲਦਾਖ 'ਚ ਹੋਣਗੇ, ਉਹ ਡਿਸਟਰੀਬਿਊਟ ਕੀਤਾ ਜਾਏਗਾ। ਔਰ ਉਹਦੇ ਵਿੱਚ ਮੇਰਾ ਅੰਦਾਜ਼ਾ ਇਹ ਹੈ ਕਿ ਉਹਨਾਂ ਨੇ ਪੂਰੀ ਐਸੀ ਕੋਸ਼ਿਸ਼ ਇਵੇਂ ਦੀ ਡਿਸਟਰੀਬਿਊਸ਼ਨ ਕਰਨੀ ਹੈ ਕਿ ਕਸ਼ਮੀਰ ਦੇ ਵਿੱਚ ਪਾਪੂਲੇਸ਼ਨ ਦੇ ਹਿਸਾਬ ਦੇ ਨਾਲ ਹੀ ਉਹਨਾਂ ਦੀ ਜਿਹੜੀਆਂ ਸੀਟਾਂ ਨੇ ਉਹਨਾਂ ਨੂੰ ਲਿਮਿਟ ਕਰਤਾ ਜਾਏ। ਹੀਰ ਸਾਹਿਬ, ਮੈਂ ਆਈਮ ਸੌਰੀ ਤੁਹਾਨੂੰ ਮੈਂ ਇੰਟਰਪਟ ਕੀਤਾ। ਪਹਿਲਾਂ ਇਹਦੇ ਤੇ ਵੀ ਥੋੜਾ ਜਿਹਾ ਦੱਸੋ ਕਿ ਤੁਸੀਂ ਜਾਣਦੇ ਹੋ 24 ਸੀਟਾਂ ਕਿਹੜੀਆਂ ਖਾਲੀਆਂ ਰਹਿੰਦੀਆਂ, ਉਹ ਹੈਗੀਆਂ POK ਤੋਂ ਗਿਲਗਿਤ ਬਾਲਟਿਸਤਾਨ ਤੋਂ, ਔਰ ਉਹਨਾਂ ਦਾ ਕੀ ਹੋਏਗਾ?
ਉਹ ਉੱਦਾਂ ਹੀ ਰਹਿਣਗੀਆਂ ਕਿ ਉਹਨਾਂ ਨੂੰ ਚੇਂਜ ਕੀਤਾ ਜਾਏਗਾ? ਬਿਲਕੁਲ, ਤੁਸੀਂ ਬਹੁਤ ਵਧੀਆ ਕੁਐਸਚਨ ਕੀਤਾ। ਮੈਂ ਉਹਦੇ ਉੱਤੇ ਗੱਲ ਕਰਨ ਲੱਗਾ ਸੀਗਾ। ਜਿਹੜੀ ਵੇਖੋ ਜਿੰਨੀਆਂ ਟੋਟਲ 114 ਸੀਟਾਂ ਨੇ ਉਹ ਸਾਰੀਆਂ ਦੀ ਸਾਰੀਆਂ ਜਿਹੜੀਆਂ ਨੇ ਉਹ ਜੰਮੂ ਕਸ਼ਮੀਰ ਔਰ ਜਿਹੜਾ ਲਦਾਖ ਹੈ ਉਹਦੇ ਵਿੱਚ ਡਿਸਟਰੀਬਿਊਟ ਕੀਤਾ ਜਾਏਗਾ। ਗਵਰਨਮੈਂਟ ਦੀ ਕੋਸ਼ਿਸ਼ ਇਹ ਰਹਿਣੀ ਹੈ ਕਿ ਉੱਥੇ ਸੀਟਾਂ ਦੀ ਡਿਸਟਰੀਬਿਊਸ਼ਨ ਦੇ ਨਾਲ ਉਹ ਇੱਕ ਤਰ੍ਹਾਂ ਦੀ ਬੀਜੇਪੀ ਸਰਕਾਰ ਜਿਹੜੀ ਉਹਦੀ ਮੈਜੋਰਿਟੀ ਬਣਾ ਸਕਣ। ਇਹ ਉਹਨਾਂ ਦੀ ਪ੍ਰਾਇਰਟੀ ਰਹਿਣੀ ਹੈ। ਇਸੇ ਕਰਕੇ ਹੀ ਜਿਹੜੇ ਤੁਸੀਂ ਜੇ ਸੰਕੇਤ ਪੜ੍ਹੋ ਤੇ ਇਸ ਵੇਲੇ 370 ਜਿਹੜੀ ਆ ਉਹ ਪ੍ਰੈਸ਼ਰ ਪਾ ਕੇ ਜਿਹੜੀਆਂ ਬਾਕੀ ਸਾਰੇ ਗੁਪਕਾਰ ਸਾਰੇ ਕਮੇਟੀ ਬਣੀ ਹੈ, ਜਿਹੜੀ ਸਾਰੇ ਪੋਲੀਟੀਸ਼ੀਅਨ ਜਿਹੜੇ ਸਾਰੇ ਲੀਡਰਸ ਇਕੱਠੇ ਹੋਏ ਨੇ ਆਪੋਜੀਸ਼ਨ ਦੇ ਉੱਥੇ ਕਸ਼ਮੀਰ ਦੇ ਵਿੱਚ, ਉਹਨਾਂ ਨੇ 370 ਦੀ ਗੱਲ ਕਰਨੀ ਬੰਦ ਕਰ ਦਿੱਤੀ ਹੈ। ਉਹਨਾਂ ਨੇ ਇੱਥੋਂ ਤੱਕ ਉਮਰ ਅਬਦੁੱਲਾ ਜੀ ਨੇ ਤਾਂ ਇੱਥੋਂ ਤੱਕ ਕਹਿਤਾ ਕਿ 370 ਦੀ ਮੋਦੀ ਗਵਰਨਮੈਂਟ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੈ, ਉਹ ਅਸੀਂ ਸੁਪਰੀਮ ਕੋਰਟ 'ਚ ਕਰਾਂਗੇ, ਜਿਹੜਾ ਕਿ ਮੋਦੀ ਗਵਰਨਮੈਂਟ ਨੂੰ ਵੀ ਸੂਟ ਕਰਦਾ। ਉਹਦੇ ਰੀਜ਼ਨ ਸਾਨੂੰ ਸਾਰਿਆਂ ਨੂੰ ਪਤਾ ਨੇ ਕਿ ਕਿਉਂ ਉਹ ਚਾਹੁੰਦੇ ਨੇ ਕਿ ਫੈਸਲਾ ਜਿਹੜਾ ਹੈ ਸੁਪਰੀਮ ਕੋਰਟ ਕਰੇ। ਜਿੱਥੋਂ ਤੱਕ ਰਿਹਾ ਸੀਟਾਂ ਦਾ ਸਵਾਲ, ਸੀਟਾਂ ਜਿਹੜੀਆਂ ਨੇ ਲਦਾਖ ਜਿਹੜੀ ਆ ਉਹ ਯੂਨੀਅਨ ਟੈਰੀਟਰੀ ਹੀ ਰਹੇਗੀ। ਇਲੈਕਸ਼ਨ ਇੱਕ ਵਾਰੀ ਜਦੋਂ ਹੋ ਗਈ ਉਹਦੇ ਬਾਅਦ ਚਾਂਸਸ ਨੇ ਕਿ ਕਸ਼ਮੀਰ ਨੂੰ ਦੁਬਾਰਾ ਉਹਨਾਂ ਨੂੰ ਸਟੇਟਹੁੱਡ ਦੇ ਦਿੱਤੀ ਜਾਏ। ਯੂਨੀਅਨ ਟੈਰੀਟਰੀ ਸੀਟਾਂ ਹੋਰ ਐਡ ਕਰ ਰਹੇ ਨੇ, ਉਹ ਕਿਹੜੇ ਕਸ਼ਮੀਰ ਵੈਲੀ ਚੋਂ ਹੋਣਗੀਆਂ ਕਿ ਜੰਮੂ ਸੈਕਟਰ ਤੋਂ? ਦੇਖੋ ਇਸ ਵੇਲੇ ਜਿਹੜੀ ਡਿਸਟਰੀਬਿਊਸ਼ਨ ਹੈ ਉਹ ਜੰਮੂ ਦੇ ਵਿੱਚ ਸੀਟਾਂ ਜਿਹੜੀਆਂ ਨੇ ਘੱਟ ਨੇ, ਕਿਉਂਕਿ ਜੰਮੂ ਦੀ ਜਿਹੜੀ ਪਾਪੂਲੇਸ਼ਨ ਹੈ ਉਹ ਇਸ ਵੇਲੇ ਡੈਂਸਿਟੀ ਜਿਹੜੀ ਹੈਗੀ ਆ ਉਹ ਕਸ਼ਮੀਰ ਨਾਲੋਂ ਜ਼ਿਆਦਾ ਆ। ਜਿਹੜਾ ਅੰਦਾਜ਼ੇ ਦੇ ਨਾਲ ਇਸ ਵੇਲੇ ਜਿਹੜੀ ਆ ਆਲਮੋਸਟ 1.3 ਟਾਈਮਸ ਜਿਹੜਾ ਜੰਮੂ ਏਰੀਆ ਜਿਹੜਾ ਆ ਉੱਥੇ ਲੋਕ ਜ਼ਿਆਦਾ ਵੱਸਦੇ ਨੇ ਕਸ਼ਮੀਰ ਦੇ ਵੈਲੀ ਦੇ ਨਾਲੋਂ। ਔਰ ਦੂਸਰੀ ਜਿਹੜੀ ਜਿਹੜਾ ਏਰੀਆ ਜਿਹਦੇ 'ਚੋਂ ਵਧਾਉਣਗੇ ਉਹ ਹੈਗੀ ਆ ਲਦਾਖ ਦੀ ਯੂਨੀਅਨ ਟੈਰੀਟਰੀ। ਤਾਂ ਯੂਨੀਅਨ ਟੈਰੀਟਰੀ ਦੇ ਕਲੌਜ਼ ਦੇ ਥੱਲੇ ਉੱਥੇ ਜਿਹੜੀਆਂ ਸੀਟਸ ਨੇ ਉਹ ਵੱਧ ਸਕਦੀਆਂ ਨੇ ਅਤੇ ਲਦਾਖ ਨੂੰ ਰੱਖਣਗੇ ਉਹ ਐਜ਼ ਅ ਯੂਨੀਅਨ ਟੈਰੀਟਰੀ। ਉਹਦੇ ਰੀਜ਼ਨ ਵੀ ਜਿਹੜੀ ਅਸੀਂ ਗੱਲ ਕਰਾਂਗੇ ਕਿ ਕਿਉਂ ਉਹਨਾਂ ਨੂੰ ਯੂਨੀਅਨ ਟੈਰੀਟਰੀ ਰੱਖਣੀ ਹੈ ਲਦਾਖ ਦੇ ਵਿੱਚ। ਉਹਦਾ ਰੀਜ਼ਨ ਇਹ ਹੈ ਕਿ ਜਿੰਨਾ ਵੀ ਜਿਹੜਾ ਝਗੜੇ ਵਾਲਾ ਏਰੀਆ ਹੈ, ਚਾਹੇ ਉਹ ਚਾਈਨਾ ਦੇ ਨਾਲ ਹੈ, ਚਾਹੇ ਉਹ ਪਾਕਿਸਤਾਨ ਦੇ ਨਾਲ ਹੈ, ਗਿਲਗਿਟ ਵਾਲਾ ਏਰੀਆ, ਉਹ ਸਾਰਾ ਲਦਾਖ ਦੇ ਏਰੀਆ ਦੇ ਵਿੱਚ ਬਣਦਾ। ਸੋ ਲਦਾਖ ਯੂਨੀਅਨ ਟੈਰੀਟਰੀ ਜਿਹੜੀ ਹੈ ਉਹਦਾ ਫੈਸਲਾ ਉਹਨੂੰ ਕੰਟਰੋਲ ਡਾਇਰੈਕਟਲੀ ਸੈਂਟਰ ਗੌਰਮੈਂਟ ਕਰ ਸਕੇ, ਇਸ ਕਰਕੇ ਲਦਾਖ ਨੂੰ ਉਹ ਯੂਨੀਅਨ ਟੈਰੀਟਰੀ ਰੱਖਣ ਵਾਲੇ ਆ। ਮਗਰ ਜੰਮੂ ਐਂਡ ਕਸ਼ਮੀਰ ਨੂੰ ਜਿਹੜਾ ਆ ਉਹ ਇੱਕ ਸਟੇਟਹੁੱਡ ਦੁਬਾਰਾ ਦੇਣਗੇ। ਜਿਹੜੀਆਂ ਉੱਥੋਂ ਦੀਆਂ ਪਾਰਟੀਜ਼ ਨੇ ਉਹਨਾਂ ਦੀ ਸਟਰੋਂਗ ਮੰਗ ਇਹ ਹੈ ਕਿ ਸਟੇਟਹੁੱਡ ਜਿਹੜੀ ਆ ਉਹ ਇਲੈਕਸ਼ਨ ਤੋਂ ਪਹਿਲਾਂ ਦਿੱਤੀ ਜਾਏ, ਕਿਉਂਕਿ ਉਹਨਾਂ ਨੂੰ ਡਰ ਹੈ ਕਿ ਅਗਰ ਉਹਦੇ ਇਲੈਕਸ਼ਨ ਹੁੰਦੀ ਹੈ ਉਹਦੇ ਬਾਅਦ ਉਹਨਾਂ ਨੂੰ ਸਟੇਟਹੁੱਡ ਮਿਲਦੀ ਹੈ ਅਤੇ ਚਾਂਸਿਸ ਨੇ ਕਿ ਬੀਜੇਪੀ ਗਵਰਨਮੈਂਟ ਜਿਹੜੀ ਆ ਉੱਥੇ ਮੈਜੋਰਿਟੀ ਬਣਾਏਗੀ। ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੰਮੂ ਦੀਆਂ ਸਾਰੀਆਂ ਸੀਟਸ ਜਿਹੜੀਆਂ ਨੇ ਔਰ ਯੂਨੀਅਨ ਟੈਰੀਟਰੀ ਦੀਆਂ ਲਦਾਖ ਦੀਆਂ ਸਾਰੀਆਂ ਸੀਟਸ ਨੇ ਉਹ 99% ਜਿਹੜੀਆਂ ਨੇ ਉਹ ਬੀਜੇਪੀ ਨੂੰ ਜਾਣਗੀਆਂ ਐਜ਼ ਅੱਜ ਦੇ ਦਿਨ 'ਚ ਜੋ ਸਿਚੁਏਸ਼ਨ ਹੈ। ਸੋ ਇਹ ਇਸ ਵੇਲੇ ਜਿਹੜਾ ਗਵਰਨਮੈਂਟ ਦਾ ਉੱਥੇ ਜਿਹੜਾ ਆ ਜ਼ੋਰ ਲੱਗਾ ਹੋਇਆ। ਇਹਦੇ ਨਾਲ ਇੱਕ ਤਾਂ ਜਿਹੜਾ ਮੈਸੇਜ ਹੈ ਉਹ ਬੜਾ ਕਲੀਅਰ ਜਾਏਗਾ ਸਾਰੀ ਵਰਲਡ ਨੂੰ ਕਿ ਉੱਥੇ ਡੈਮੋਕ੍ਰੈਟਿਕ ਤਰੀਕੇ ਨਾਲ ਵੇਖੋ ਜੀ ਪਹਿਲੀ ਵਾਰ ਜਿਹੜੀ ਆ ਸਰਕਾਰ ਬਣ ਗਈ ਹੈ। ਨਾਲ ਹੀ ਉਹਦੇ ਬਾਅਦ ਜਿਹੜਾ ਅਗਲਾ ਸਟੈਪ ਗਵਰਨਮੈਂਟ ਦਾ ਹੋਏਗਾ ਉੱਥੇ ਪੰਚਾਇਤੀ ਇਲੈਕਸ਼ਨਸ ਕਰਾਉਣ ਦਾ, ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਆਲਮੋਸਟ 30 ਸਾਲ ਤੋਂ ਉੱਥੇ ਪੰਚਾਇਤ ਦੀਆਂ ਇਲੈਕਸ਼ਨਸ ਨਹੀਂ ਹੋਈਆਂ। ਉੱਥੇ ਕੋਈ ਪਿੰਡਾਂ ਦੇ ਸਰਪੰਚ ਵੀ ਜਿਹੜੇ ਨੇ ਉਹ ਨਹੀਂ ਨੇ। ਸੋ ਇਹ 2 ਲੈਵਲ ਦੀਆਂ ਗਵਰਨਮੈਂਟਸ ਉੱਥੇ ਗਵਰਨਮੈਂਟ ਜਿਹੜੀ ਹੈ ਸੈੱਟ ਕਰੇਗੀ। ਮੈਂ ਤਾਂ ਇੱਕ ਪੁਆਇੰਟ ਕਰਕੇ ਫਿਰ ਮੈਂ ਤੁਹਾਡੇ ਕੋਲ ਪਰਮਿਸ਼ਨ ਲਵਾਂਗਾ, ਪਰ 370 ਹੈ ਉਹ 75% ਤੱਕ ਖਤਮ ਹੋ ਚੁੱਕੀ ਸੀਗੀ। ਉਹ ਰਫੜਾ ਕਿਹੜਾ 25% ਦਾ ਹੈਗਾ ਔਰ ਉਹ ਐਡਾ ਕੋਈ ਐਡੀ ਖਾਸ ਇੰਪੋਰਟੈਂਟ ਨਹੀਂ ਹੈ ਕਿ ਸਿਰਫ ਇੱਕੋ ਹੀ ਰਾਈਟ ਮਿਲਿਆ ਕਸ਼ਮੀਰੀਆਂ ਨੂੰ। ਹੁਣ ਉਹ ਸੁਪਰੀਮ ਕੋਰਟ 'ਚ ਆਪਣਾ ਕੇਸ ਲੜ ਸਕਦੇ ਆ ਦਿੱਲੀ, ਪਹਿਲਾਂ ਨਹੀਂ ਲੜ ਸਕਦੇ ਸੀ। ਤੇ ਇੱਥੇ ਮੈਂ ਤੁਹਾਡੇ ਕੋਲ ਪਰਮਿਸ਼ਨ ਲੈਣਾ, ਮੈਂ ਤੁਹਾਡੇ ਕਮੈਂਟ ਸੁਣਦਾ। ਠੀਕ ਹੈ ਜੀ, ਥੈਂਕ ਯੂ ਜੈਰਾ ਜੀ, ਥੈਂਕ ਯੂ ਸੋ ਮਚ। ਥੈਂਕ ਯੂ। ਸੋ ਜਿਵੇਂ ਸਾਡੇ ਕਾਲਰਸ ਨੇ ਵੀ ਗੱਲ ਕੀਤੀ ਹੈ ਕਿ ਇਸ ਵੇਲੇ ਜੇ ਅਸੀਂ ਲਦਾਖ ਦੀ JNK ਦੀ ਗੱਲ ਕੀਤੀ ਜਾਏ, ਸੋ ਗਵਰਨਮੈਂਟ ਜਿਹੜੀ ਆ ਉਹਦੀ ਬੜੀ ਕੋਸ਼ਿਸ਼ ਇਹ ਹੈ ਕਿ ਉਹ ਚਾਹੁੰਦੀ ਹੈ ਕਿ ਉਹਨਾਂ ਨੂੰ ਦੁਬਾਰਾ JNK ਨੂੰ ਸਟੇਟਹੁੱਡ ਦੇ ਦਿੱਤਾ ਜਾਏ, ਦੁਬਾਰਾ ਸਟੇਟ ਬਣਾਤੀ ਜਾਏ ਔਰ ਲਦਾਖ ਨੂੰ ਯੂਨੀਅਨ ਟੈਰੀਟਰੀ ਰੱਖਿਆ ਜਾਏ। ਮਗਰ ਉਹ ਜਿਹੜੀ ਸਟੇਟ ਬਣੇਗੀ ਉਹ ਬਣੇਗੀ ਗਵਰਨਮੈਂਟ ਦੀ ਸ਼ਰਤਾਂ ਦੇ ਉੱਤੇ। ਉਹ ਸ਼ਰਤਾਂ ਕੀ ਨੇ? ਉਹ ਸ਼ਰਤਾਂ ਬੜੀਆਂ ਸਿੰਪਲ ਨੇ ਕਿ ਉਹਨਾਂ ਦਾ ਇੱਕ ਫੋਕਸ ਹੈ ਕਿ ਉੱਥੇ ਬੀਜੇਪੀ ਗਵਰਨਮੈਂਟ ਜਿਹੜੀ ਆ ਉਹਨੂੰ ਸਟੈਬਲਿਸ਼ ਕੀਤਾ ਜਾਏ ਔਰ ਡਾਇਰੈਕਟਲੀ ਯੂਨੀਅਨ ਟੈਰੀਟਰੀ ਲਦਾਖ ਦੀ ਜਿਹੜੀ ਆ ਉਹਨੂੰ ਗਵਰਨਮੈਂਟ ਸੈਂਟਰ ਗਵਰਨਮੈਂਟ ਜਿਹੜੀ ਉਹਨੂੰ ਕੰਟਰੋਲ ਕਰੇ। ਇਹਦੇ ਨਾਲ ਇੱਕ ਤਰ੍ਹਾਂ ਦਾ ਪਰਮਾਨੈਂਟ ਉਹ ਸਟੇਟ ਜਿਹੜੀ ਆ ਉਹ ਬੀਜੇਪੀ ਗਵਰਨਡ ਸਟੇਟ ਹੋ ਜਾਏਗੀ, ਕਿਉਂਕਿ ਕਾਂਗਰਸ ਦਾ ਉੱਥੋਂ ਬਿਲਕੁਲ ਜਿਹੜਾ ਆ ਸਫਾਇਆ ਹੋ ਜਾਏਗਾ।
ਉਹਦਾ ਰੀਜ਼ਨ ਬੜਾ ਸਿੰਪਲ ਹੈ, ਕਿਉਂਕਿ ਜਿਹੜਾ ਜੰਮੂ ਹੈ ਉਹ ਰੀਜਨ ਨੂੰ ਹਮੇਸ਼ਾ ਹੀ ਜੰਮੂ ਦੇ ਲੋਕਾਂ ਨੂੰ ਇਹ ਲੱਗਦਾ ਰਿਹਾ ਕਿ 370 ਧਾਰਾ ਦੇ ਕਾਰਨ ਉਹਨਾਂ ਦੇ ਨਾਲ ਹਮੇਸ਼ਾ ਵਿਤਕਰਾ ਹੁੰਦਾ ਰਿਹਾ, ਔਰ ਜੋ ਵੀ ਪੈਸਾ ਜਿਹੜਾ ਆ ਉਹ ਜਿਹੜੀ ਹਮੇਸ਼ਾ ਹੀ ਕੰਟਰੋਲ ਜਿਹੜਾ ਆ ਉਹ ਕਸ਼ਮੀਰ ਸ਼੍ਰੀਨਗਰ ਦੇ ਵਿੱਚ ਰਿਹਾ ਹੈ। ਬੇਸ਼ੱਕ ਸਮਰ ਕੈਪੀਟਲ ਜਿਹੜੀ ਹੈ ਉਹ ਸ਼੍ਰੀਨਗਰ ਰਹੀ ਹੈ, ਔਰ ਵਿੰਟਰ ਕੈਪੀਟਲ ਜਿਹੜੀ ਹੈ ਪੂਰਾ ਦਰਬਾਰ ਜਿਹੜਾ ਹੈ ਉਹ ਜੰਮੂ ਸੈੱਟ ਹੁੰਦਾ, ਮਗਰ ਜੰਮੂ ਦੇ ਲੋਕਾਂ ਦਾ ਇਹ ਹਮੇਸ਼ਾ ਹੀ ਸ਼ਿਕਾਇਤ ਰਹੀ ਹੈ। ਸੋ ਪਠਾਨਕੋਟ ਤੋਂ ਲੈ ਕੇ ਸੁਜਾਨਪੁਰ ਤੋਂ ਲੈ ਕੇ ਨਾਰਥ ਜਿੰਨਾ ਵੀ ਏਰੀਆ ਹੈ ਸਾਰਾ ਦਾ ਸਾਰਾ, ਉੱਥੇ ਜ਼ਿਆਦਾਤਰ ਪ੍ਰੀਡੋਮੀਨੈਂਟਲੀ ਹਿੰਦੂ ਪਾਪੂਲੇਸ਼ਨ ਹੈ, ਔਰ ਉਹਨਾਂ ਦਾ ਜਿਹੜਾ ਨੈਚੁਰਲ ਝੁਕਾਅ ਸ਼ੁਰੂ ਤੋਂ ਜਿਹੜਾ ਆ ਉਹ ਹਮੇਸ਼ਾ ਹੀ ਬੀਜੇਪੀ ਦੇ ਨਾਲ ਰਿਹਾ ਹੈ। ਬੜੇ ਘੱਟ ਚਾਂਸਸ ਨੇ ਕਿ ਅਗਰ ਸਰਕਾਰ ਉੱਥੇ ਇੱਕ ਵਾਰੀ ਬੀਜੇਪੀ ਦੀ ਇਸਟੈਬਲਿਸ਼ ਹੋ ਜਾਂਦੀ ਹੈ ਤੇ ਉਹ ਦੁਬਾਰਾ ਉੱਥੇ ਕਾਂਗਰਸ ਜਿਹੜੀ ਆ ਉਹ ਆਪੋਜੀਸ਼ਨ 'ਚ ਵੀ ਆ ਸਕੇ। ਸੋ ਇਸ ਕਰਕੇ ਜਿਹੜਾ ਇਹ ਸਿਚੁਏਸ਼ਨ ਉੱਥੇ ਚੱਲ ਰਹੀ ਹੈ, ਜਿਹੜੀ ਹੁਣ ਗੁਪਕਾਰ ਮੀਟਿੰਗ ਹੋਈ ਹੈ ਉਹਦੇ ਵਿੱਚ 370 ਧਾਰਾ ਦੀ ਜਿਹੜੀ ਹੈ ਗੱਲ ਵੀ ਨਹੀਂ ਕੀਤੀ ਗਈ, ਜਿਵੇਂ ਸਾਡੇ ਕਾਲਜ ਨੇ ਵੀ ਗੱਲ ਕੀਤੀ ਹੈ। ਉੱਥੇ ਜਿਹੜੀ ਗੱਲ ਹੋਈ ਹੈ ਉਹ ਸਾਰੀ ਦੀ ਸਾਰੀ ਇਸ ਚੀਜ਼ ਦੀ ਹੋਈ ਹੈ, ਸਟੇਟਹੁੱਡ ਦੀ ਲੜਾਈ ਇਸ ਵੇਲੇ ਜਿਹੜੀ ਇਹ ਹੈ ਕਿ ਸਟੇਟਹੁੱਡ ਜਿਹੜੀ ਆ ਉਹ ਇਲੈਕਸ਼ਨ ਤੋਂ ਪਹਿਲਾਂ ਮਿਲਦੀ ਹੈ ਜਾਂ ਇਲੈਕਸ਼ਨ ਤੋਂ ਬਾਅਦ। ਅਸੀਂ ਗੱਲ ਕਰ ਰਹੇ ਸੀਗੇ ਪੰਜਾਬ ਦੀ ਜਿਸਮ ਦਾ ਗੱਲ ਕੀਤੀ ਜਾਏ ਤੇ ਇਸ ਵੇਲੇ ਸਾਨੂੰ ਇਹ ਲੋੜ ਹੈ ਇਹ ਜਾਣਨ ਦੀ ਕਿ ਕਾਂਗਰਸ ਜਿਹੜੀ ਆ ਉੱਥੇ ਕੀ ਖੇਡ ਰਹੀ ਹੈ। ਇੱਕ ਪਾਸੇ ਕੈਪਟਨ ਸਾਹਿਬ ਨੇ ਉਹ ਆਪਣੀ ਕੋਸ਼ਿਸ਼ ਪੂਰੀ ਕਰ ਰਹੇ ਆ ਕਿ ਆਪਣਾ ਗਰੁੱਪ ਜਿਹੜਾ ਆ ਉਹਨੂੰ ਤਗੜਾ ਕਰਨ। ਇਸੇ ਕਰਕੇ ਉਹਨਾਂ ਦੀਆਂ ਪ੍ਰਾਈਵੇਟ ਜਿਹੜੀਆਂ ਮੀਟਿੰਗਸ ਹੋਈਆਂ ਨੇ ਪ੍ਰਤਾਪ ਬਾਜਵਾ ਜੀ ਦੇ ਨਾਲ, ਜਿਹੜੇ ਕਿ ਸ਼ੁਰੂ ਤੋਂ ਉਹਨਾਂ ਦੇ ਹਮੇਸ਼ਾ ਹੀ ਵਿਰੋਧੀ ਰਹੇ ਨੇ। ਮਾਝੇ ਦੇ ਬਹੁਤ ਸਾਰੇ ਜਿਹੜੇ ਲੀਡਰਸ ਨੇ ਕਾਂਗਰਸ ਦੇ, ਚਾਹੇ ਉਹ ਹਮੇਸ਼ਾ ਹੀ ਕੈਪਟਨ ਸਾਹਿਬ ਦੀ ਇਸ ਚੀਜ਼ ਤੋਂ ਜਿਹੜੀ ਆ ਉਹ ਮੁਖਾਲਫਤ ਕਰਦੇ ਰਹੇ ਨੇ, ਕਿਉਂਕਿ ਕਿਸੇ ਟਾਈਮ ਸਾਨੂੰ ਪਤਾ ਹੈ ਕਿ ਪ੍ਰਤਾਪ ਬਾਜਵਾ ਜੀ ਜਿਹੜੇ ਸੀਗੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੀਗੇ, ਔਰ ਕੈਪਟਨ ਸਾਹਿਬ ਨੇ ਸੁਨੀਲ ਜਾਖੜ ਜੀ ਨੂੰ ਉਹ ਗੱਦੀ ਜਿਹੜੀ ਸੀ ਉਹ ਦਵਾਤੀ। ਉਹਦੀ ਕਾਸਟ ਜਿਹੜੀ ਆ ਉਹ ਉਹਨਾਂ ਨੂੰ ਦੇਣੀ ਪਈ। ਪੰਜਾਬ ਜਿਹੜਾ ਸਟੇਟ ਜਿਹੜੀ ਗੁਰਦਾਸਪੁਰ ਦੀ ਸੀਟ ਜਿਹੜੀ ਆ ਉਹ ਬੀਜੇਪੀ ਨੂੰ ਗਈ, ਸੰਨੀ ਦਿਓਲ ਨੂੰ ਜਿੱਤ ਹੋਈ ਹੈ, ਔਰ ਸਾਨੂੰ ਇਹ ਸਾਰਾ ਪਤਾ ਹੈ ਕਿ ਉੱਥੇ ਰਿਐਲਿਟੀ ਦੇ ਵਿੱਚ ਸੁਨੀਲ ਜਾਖੜ ਜੀ ਦਾ ਈਵਨ ਕਾਂਗਰਸ ਦੇ ਲੋਕਾਂ ਨੇ ਵੀ ਜਿਹੜਾ ਸੀਗਾ ਵਿਰੋਧ ਕੀਤਾ। ਇਸ ਵੇਲੇ ਸੁਨੀਲ ਜਾਖੜ ਜੀ ਜਿਹੜੇ ਨੇ ਉਹ ਕੈਪਟਨ ਸਾਹਿਬ ਦੀ ਨਜ਼ਰ ਤੋਂ ਉਤਰ ਚੁੱਕੇ ਨੇ। ਕੈਪਟਨ ਸਾਹਿਬ ਬੜਾ ਜ਼ੋਰ ਲਾ ਰਹੇ ਨੇ ਕਿ ਉਹ ਮਨੀਸ਼ ਤਿਵਾਰੀ ਜੀ ਨੂੰ ਜਿਹੜਾ ਆ ਪੰਜਾਬ ਪ੍ਰਦੇਸ਼ ਕਾਂਗਰਸ ਦਾ ਜਿਹੜਾ ਪ੍ਰਧਾਨ ਬਣਾਉਣ, ਜਾਂ ਰਵਨੀਤ ਬਿੱਟੂ ਜੀ ਨੂੰ। ਦਾਅਵਾ ਇਹ ਕੀਤਾ ਜਾ ਰਿਹਾ ਹੈ ਕਿ ਰਵਨੀਤ ਬਿੱਟੂ ਜੀ ਦੇ ਜਿਹੜੇ ਫਾਦਰ ਸੀਗੇ ਬੇਅੰਤ ਸਿੰਘ ਜੀ, ਉਹਨਾਂ ਨੇ ਕੁਰਬਾਨੀ ਦਿੱਤੀ ਆ, ਔਰ ਉਹ ਫੈਮਿਲੀ ਜਿਹੜੀ ਆ ਹਮੇਸ਼ਾ ਹੀ ਕਾਂਗਰਸ ਜਿਹੜੀ ਆ ਉਹਦੇ 'ਚ ਰਹੀ ਹੈ, ਔਰ ਕਾਂਗਰਸ ਲਾਇਲ ਰਹੀ ਹੈ। ਦੂਸਰੇ ਪਾਸੇ ਇਹ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਕਿਵੇਂ ਸਾਈਡਲਾਈਨ ਕੀਤਾ ਜਾਏ, ਮਗਰ ਇਹ ਇੱਕ ਜ਼ਹਿਰ ਗੱਲ ਹੈ, ਇੱਕ ਸੱਚਾਈ ਹੈ ਕਿ ਨਵਜੋਤ ਸਿੰਘ ਸਿੱਧੂ ਹਾਈ ਕਮਾਂਡ ਜਿਹੜੀ ਹੈ, ਖਾਸ ਤੌਰ 'ਤੇ ਰਾਹੁਲ ਗਾਂਧੀ ਜੀ ਜਿਹੜੇ ਫਾਰਮਰ ਨੈਸ਼ਨਲ ਕਾਂਗਰਸ ਦੇ ਪ੍ਰੈਜ਼ੀਡੈਂਟ ਵੀ ਰਹੇ ਨੇ, ਉਹਨਾਂ ਦੇ ਬੜੇ ਕਰੀਬੀ ਮੰਨੇ ਗਏ ਨੇ। ਉਹਨਾਂ ਦੀ ਸਪੋਰਟ ਜਿਹੜੀ ਹੈ ਸੈਂਟਰ ਦੀ ਹਾਈ ਕਮਾਂਡ, ਜਿਹੜੀ ਕਾਂਗਰਸ ਦੀ ਹਾਈ ਕਮਾਂਡ ਹੈ, ਉਹਦੀ ਸਪੋਰਟ ਹਮੇਸ਼ਾ ਹੀ ਨਵਜੋਤ ਸਿੰਘ ਸਿੱਧੂ ਨੂੰ ਮਿਲੀ ਹੈ। ਸੋ ਨਵਜੋਤ ਸਿੰਘ ਸਿੱਧੂ ਨੇ ਬੜਾ ਕਲੀਅਰਲੀ ਗੱਲ ਕਰ ਚੁੱਕੇ ਹੈ, ਕਿਉਂਕਿ ਉਹਨਾਂ ਨੇ ਮਨਾ ਕਰਤਾ ਕਿ ਨਾ ਉਹ ਡਿਪਟੀ ਸੀਐਮ ਬਣਨਗੇ, ਨਾ ਉਹ ਕੈਪਟਨ ਸਾਹਿਬ ਦੀ ਕੈਬਨਿਟ ਵਿੱਚ ਜਾਣਗੇ, ਔਰ ਅਗਰ ਉਹ ਕੈਬਨਿਟ 'ਚ ਨਹੀਂ ਜਾਂਦੇ ਤਾਂ ਫਿਰ ਉਹਨਾਂ ਕੋਲ ਰਹਿ ਕੀ ਜਾਂਦਾ। ਲੜਾਈ ਸਾਰੀ ਜਿਹੜੀ ਆ ਉਹ ਇਸ ਚੀਜ਼ ਦੀ ਹੋ ਰਹੀ ਹੈ। ਇੱਕ ਪਾਸੇ ਜਿਹੜੇ ਪੰਜਾਬ ਦੇ ਧੁਰੰਧਰ ਪੁਰਾਣੇ ਕਾਂਗਰਸ ਦੇ ਲੀਡਰਸ ਨੇ, ਚਾਹੇ ਉਹ ਚੌਧਰੀ ਸੰਤੋਖ ਹੋਣ ਜਲੰਧਰ ਤੋਂ, ਚਾਹੇ ਉਹ ਦੁੱਲੂ ਜੀ ਹੋਣ, ਚਾਹੇ ਉਹ ਰਵਨੀਤ ਬਿੱਟੂ ਨੇ ਪੁਰਾਣੇ, ਉਹ ਸਾਰੇ ਲੋਕ ਜਿਹੜੇ ਆ, ਡਿੰਪਾ ਜੀ ਹੋਣ, ਉਹ ਸਾਰੇ ਦੇ ਸਾਰੇ ਲੋਕ ਜਿਹੜੇ ਆ ਇਸ ਚੀਜ਼ 'ਤੇ ਸਵਾਲ ਖੜਾ ਕਰ ਰਹੇ ਨੇ ਕਿ ਸਾਨੂੰ ਪੈਰਾ ਟਰੂਪਰਸ ਨਹੀਂ ਚਾਹੀਦੇ, ਸਾਨੂੰ ਹਾਈ ਕਮਾਂਡ ਜਿਹੜੀ ਚੁੱਕ ਕੇ ਉੱਤੇ ਸਾਡੇ ਪ੍ਰਧਾਨ ਬਣਾ ਦਿੰਦੀ ਹੈ ਉਹ ਨਹੀਂ ਹੋਣਾ ਚਾਹੀਦਾ। ਜਿਹੜੇ ਲੋਕ ਕਾਂਗਰਸ 'ਚ ਰਹੇ ਨੇ, ਜਿਹੜੇ ਲੋਕ ਕਾਂਗਰਸ ਦੇ ਲਾਇਲ ਨੇ, ਕਾਂਗਰਸ ਹਾਈ ਕਮਾਂਡ ਜਿਹੜੀ ਆ ਉਹਨਾਂ ਦਾ ਧਿਆਨ ਰੱਖੇ। ਇੱਥੇ ਨਵਜੋਤ ਸਿੰਘ ਸਿੱਧੂ ਵੱਲੋਂ ਕੀ ਦਲੀਲ ਦਿੱਤੀ ਜਾਂਦੀ ਹੈ, ਜਿਹੜੇ ਉਹਨਾਂ ਦੇ ਸਪੋਰਟਰ ਨੇ ਉਹਨਾਂ ਦੀ ਕੀ ਦਲੀਲ ਹੈ, ਉਹਦੀ ਵੀ ਅਸੀਂ ਜ਼ਰੂਰ ਗੱਲ ਕਰਾਂਗੇ। ਸਾਡੇ ਅਗਲੇ ਇੱਕ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਤੋਂ ਬਾਅਦ ਜਿਹੜੀ ਅਗਲੀ ਗੱਲ ਹੋਏਗੀ ਉਹ ਗੱਲ ਹੋਏਗੀ ਕਿ ਕਿਉਂ ਨਵਜੋਤ ਸਿੰਘ ਸਿੱਧੂ ਇੰਪੋਰਟੈਂਟ ਨੇ ਕਾਂਗਰਸ ਹਾਈ ਕਮਾਂਡ ਲਈ, ਔਰ ਕਿਉਂ ਪੰਜਾਬ ਦੇ ਜਿਹੜੇ ਕਾਂਗਰਸੀ ਨੇ ਉਹ ਕੈਪਟਨ ਸਾਹਿਬ ਦੇ ਨਾਲ ਜੁੜਨਾ ਚਾਹੁੰਦੇ ਨੇ। ਕੈਪਟਨ ਸਾਹਿਬ ਨੂੰ ਇਸ ਵੇਲੇ ਕੀ ਖਤਰਾ ਹੈ, ਔਰ ਉਹਦਾ ਫਾਇਦਾ ਕੀ ਆਮ ਆਦਮੀ ਪਾਰਟੀ ਜਿਹੜੀ ਆ ਚੁੱਕ ਸਕਦੀ ਹੈ। ਕੀ ਆਮ ਆਦਮੀ ਪਾਰਟੀ ਦੀ ਡਿਕਲੇਰੇਸ਼ਨ ਜਿਹੜੀ ਕੀਤੀ ਹੈ ਕੇਜਰੀਵਾਲ ਜੀ ਨੇ ਕਿ ਸਿੱਖ ਚਿਹਰਾ ਸੀਐਮ ਹੋਏਗਾ, ਕੀ ਉਹ ਸਫੀਸ਼ੈਂਟ ਹੋਏਗਾ ਉਹਨਾਂ ਨੂੰ ਜਿੱਤ ਦਿਵਾਉਣ ਦੇ ਵਿੱਚ, ਔਰ ਕੀ ਐਸੀ ਲੜਾਈ ਦੇ ਕਾਰਨ ਪੰਜਾਬ ਅਗਲੇ ਸਾਲ
ਜਦੋਂ ਇਲੈਕਸ਼ਨ ਹੁੰਦੀ ਹੈ ਉਹਦੇ 'ਚ ਬਿਨਾਂ ਮੈਜੋਰਿਟੀ ਦੇ ਇੱਕ ਮਿਲੀ ਜੁਲੀ ਜਿਹੜੀ ਸਰਕਾਰ ਵੱਲ ਵੀ ਜਾ ਸਕਦਾ ਹੈ। ਇਹਦੀ ਜਿਹੜੀ ਹੈ ਤੁਹਾਡੇ ਨਾਲ ਗੱਲ ਕਰਾਂਗੇ ਇੱਕ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਤੋਂ ਬਾਅਦ। ਨੀ ਮੈਂ ਕੰਮ ਧੰਦੇ ਸਾਰੇ ਛੱਡ ਕੇ ਤੇਰੀ ਮੰਗਦਾ ਲੈ ਲਾ ਨਾਪ। ਨੀ ਮੈਂ ਕੰਮ ਧੰਦੇ ਸਾਰੇ ਛੱਡ ਕੇ ਤੇਰੀ ਮੰਗਦਾ ਲੈ ਲਾ ਨਾਪ। ਜੋ ਤੇਰੇ ਦਿਲ ਵਿੱਚ ਧੜਕ ਰਿਹਾ ਮੈਨੂੰ ਬਿਲਕੁਲ ਸੁਣਦਾ ਸਾਫ਼। ਜੋ ਤੇਰੇ ਦਿਲ ਵਿੱਚ ਧੜਕ ਰਿਹਾ ਮੈਨੂੰ ਬਿਲਕੁਲ ਸੁਣਦਾ ਸਾਫ਼। ਮੱਲੋ ਮੱਲੀ ਡਿੱਗ ਪੈਂਦਾ ਏ ਜ਼ਮੀਨ ਤੇ ਹੋਵੇ ਪਿਆਰ ਵਾਲਾ ਫਲ ਜਦੋਂ ਪੱਕਿਆ। ਉਹ ਥੋੜਾ ਕੰਧਾਂ ਨੂੰ ਕਰਾ ਕੇ ਹੋ ਰਿੱਚੀਆਂ ਕਿਵੇਂ ਉੱਡਣੇ ਸੱਪਾਂ ਨੂੰ ਮਿਲ ਡੱਕਿਆ। ਤੇਰਾ ਹੁਸਨ ਹੈ ਬਰਫ਼ ਜਿਹਾ ਦੇਖੀ ਤਪ ਤਪ ਬਣ ਜਾਏ ਭਾਵ। ਨੀ ਮੈਂ ਕੰਮ ਧੰਦੇ ਸਾਰੇ ਛੱਡ ਕੇ ਤੇਰੀ ਮੰਗਦਾ ਲੈ ਲਾ ਨਾਪ। ਜੋ ਤੇਰੇ ਦਿਲ ਵਿੱਚ ਧੜਕ ਰਿਹਾ ਮੈਨੂੰ ਬਿਲਕੁਲ ਸੁਣਦਾ ਸਾਫ਼। ਜੋ ਤੇਰੇ ਦਿਲ ਵਿੱਚ ਧੜਕ ਰਿਹਾ ਮੈਨੂੰ ਬਿਲਕੁਲ ਸੁਣਦਾ ਸਾਫ਼। ਅਸੀਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਕੀ ਇਸ ਵੇਲੇ ਕਾਂਗਰਸ ਦੀ ਸਿਚੁਏਸ਼ਨ ਜਿਹੜੀ ਆ ਬਣੀ ਹੋਈ ਹੈ ਪੰਜਾਬ ਦੇ ਵਿੱਚ। ਕੈਪਟਨ ਸਾਹਿਬ ਨੂੰ ਪਤਾ ਹੈ ਕਿ ਹਾਈ ਕਮਾਂਡ ਜਿਹੜੀ ਆ ਪੂਰਾ ਕੋਸ਼ਿਸ਼ ਕਰ ਰਹੀ ਹੈ ਕਿ ਉਹ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਡਿਮਾਂਡਸ ਨੇ ਉਹਨਾਂ ਨੂੰ ਪੂਰਾ ਕਰੇ। ਕਾਂਗਰਸ ਹਾਈ ਕਮਾਂਡ ਦੇ ਮਨ ਦੇ ਵਿੱਚ ਬੜਾ ਕਲੀਅਰ ਹੈ ਕਿ ਨਵਜੋਤ ਸਿੰਘ ਸਿੱਧੂ ਕੋਲ ਐਟਲੀਸਟ 15 ਸਾਲ ਹੋਰ ਨੇ ਕਾਂਗਰਸ ਨੂੰ ਦੇਣ ਨੂੰ। ਉਹਨਾਂ ਨੂੰ ਪਤਾ ਹੈ ਕਿ ਉਹ ਸਟਾਰ ਕੈਂਪੇਨਰ ਵੀ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੂੰ ਹਮੇਸ਼ਾ ਹੀ ਉਹਨਾਂ ਨੇ ਈਵਨ ਪਿਛਲੀ 2017 ਦੀ ਇਲੈਕਸ਼ਨ ਵਿੱਚ ਵੀ ਉਹਨਾਂ ਨੇ ਸਟਾਰ ਕੈਂਪੇਨਰ ਦੇ ਤੌਰ 'ਤੇ ਉਹਨਾਂ ਨੂੰ ਯੂਜ਼ ਕੀਤਾ ਔਰ ਉਹ ਕਰਾਊਡ ਪੁੱਲਰ ਨੇ। ਇਸ ਚੀਜ਼ ਦਾ ਜਿਹੜਾ ਆ ਹਾਈ ਕਮਾਂਡ ਜਿਹੜੀ ਆ ਉਹ ਵੈਲਿਊ ਕਰਦੀ ਹੈ। ਕਾਂਗਰਸ ਹਾਈ ਕਮਾਂਡ ਜਿਹੜੀ ਹੈ ਉਹ ਇਸ ਚੀਜ਼ ਦੀ ਵੀ ਵੈਲਿਊ ਕਰਦੀ ਹੈ ਕਿ ਨਵਜੋਤ ਸਿੰਘ ਸਿੱਧੂ ਬੇਸ਼ੱਕ ਪਾਰਟੀ ਬਦਲ ਕੇ ਆਏ ਨੇ, ਜਿਵੇਂ ਦੇ ਵੀ ਉਹ ਹੈ ਨੇ, ਮਗਰ ਉਹ ਓਨੈਸਟ ਨੇ, ਇਮਾਨਦਾਰ ਨੇ ਔਰ ਇਹੋ ਜਿਹਾ ਉਹਨਾਂ ਦਾ ਜਿਹੜਾ ਇੰਪ੍ਰੈਸ਼ਨ ਹੈ ਉਹਦੇ ਨਾਲ ਉਹ ਆਮ ਆਦਮੀ ਪਾਰਟੀ ਦੀ ਜਿਹੜੀ ਏਜੰਡਾ ਹੈ ਓਨੈਸਟੀ ਦਾ, ਫੇਅਰ ਇਲੈਕਸ਼ਨ ਦਾ, ਫੇਅਰ ਪੋਲੀਟਿਕਸ ਦਾ ਔਰ ਪੰਜਾਬ ਦੇ ਵਿੱਚ ਸੁਧਾਰ ਲਿਆਉਣ ਦਾ, ਉਹ ਇੱਕ ਇਮੇਜ ਜਿਹੜੀ ਆ ਨਵਜੋਤ ਸਿੰਘ ਸਿੱਧੂ ਵੀ ਕੈਰੀ ਕਰਦੇ ਨੇ। ਬੇਸ਼ੱਕ ਉਹਨਾਂ ਦੇ ਕੁਛ ਜਿਹੜੇ ਉਹਨਾਂ ਨੇ ਮੁੱਦੇ ਚੁੱਕੇ ਨੇ ਉਹਦੇ 'ਤੇ ਲੋਕਾਂ ਨੇ ਬਹੁਤ ਸਵਾਲ ਕੀਤੇ ਨੇ ਕਿ ਜਦੋਂ ਉਹ ਬਰਗਾੜੀ ਕਾਂਡ ਹੋਇਆ ਉਦੋਂ ਉਹ BJP ਦੇ ਵਿੱਚ ਸੀਗੇ, ਜਿਹੜੀ ਕਿ ਅਕਾਲੀ ਦਲ ਦੀ ਨਾਲ ਪਾਰਟੀ ਸੀਗੀ। ਉਹਦੇ ਬਾਅਦ ਉਹ ਕਾਂਗਰਸ 'ਚ ਗਏ। ਮਗਰ ਅਗਰ ਜੇ ਗੌਰ ਨਾਲ ਵੇਖਿਆ ਜਾਏ ਤਾਂ ਪੰਜਾਬ ਦੇ ਵਿੱਚ ਜਿੰਨੇ ਵੀ ਮੇਨ ਇਸ਼ੂਜ਼ ਨੇ ਇਸ ਵੇਲੇ ਜਿਹੜੇ ਅਗਲੀ ਇਲੈਕਸ਼ਨ ਵਿੱਚ ਇੱਕ ਮੁੱਦਾ ਬਣਨਗੇ, ਚਾਹੇ ਉਹ ਕਿਸਾਨਾਂ ਦਾ ਮੁੱਦਾ ਹੋਏ, ਚਾਹੇ ਉਹ ਬਰਗਾੜੀ ਕਾਂਡ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਹੋਏ, ਚਾਹੇ ਉਹ ਡਰੱਗ ਦਾ ਮੁੱਦਾ ਹੋਏ ਔਰ ਚਾਹੇ ਅਨਇੰਪਲੋਇਮੈਂਟ ਦਾ ਮੁੱਦਾ ਹੋਏ, ਇਹਨਾਂ ਸਾਰਿਆਂ ਮੁੱਦਿਆਂ ਉੱਤੇ ਅਗਰ ਕਿਸੇ ਨੇ ਠੋਕ ਕੇ ਓਪਨਲੀ ਗੱਲ ਕੀਤੀ ਹੈ ਉਹ ਨਵਜੋਤ ਸਿੰਘ ਸਿੱਧੂ ਨੇ। ਇਸ ਕਰਕੇ ਕਾਂਗਰਸ ਹਾਈ ਕਮਾਂਡ ਜਿਹੜੀ ਆ ਉਹ ਇਹ ਜ਼ਰੂਰ ਸਮਝਦੀ ਹੈ ਕਿ ਅਗਰ ਅਗਲੀ ਇਲੈਕਸ਼ਨ ਦੇ ਵਿੱਚ ਆਪੋਜੀਸ਼ਨ ਦੇ ਐਸੇ ਪੁਆਇੰਟ ਜਿਹੜੇ ਉਹਨਾਂ ਉੱਤੇ ਉੱਠਣੇ ਨੇ, ਜਿਹੜੇ ਸਵਾਲੀਆ ਨਿਸ਼ਾਨ ਕੈਪਟਨ ਸਾਹਿਬ ਉੱਤੇ ਆਉਣੇ ਨੇ, ਕਿਉਂਕਿ ਉਹਨਾਂ ਨੇ ਗੁਟਕੇ ਦੇ ਉੱਤੇ ਹੱਥ ਰੱਖ ਕੇ ਡਰੱਗ ਖਤਮ ਕਰਨ ਲਈ ਔਰ ਜਿਹੜੇ ਲੋਕ ਡਰੱਗ ਦੇ ਵਿੱਚ ਸੀਗੇ ਉਹਨਾਂ ਨੂੰ ਸਜ਼ਾ ਦੇਣ ਦੀ ਜਿਹੜੀ ਉਹਨਾਂ ਨੇ ਵਾਅਦਾ ਕੀਤਾ ਸੀਗਾ ਪੰਜਾਬੀਆਂ ਦੇ ਨਾਲ, ਉਹ ਇਸ ਵੇਲੇ ਤੱਕ ਉਸ ਵਾਅਦੇ ਤੋਂ ਝੂਠੇ ਪਏ ਨੇ। ਨਾਲ ਹੀ ਕੈਪਟਨ ਸਾਹਿਬ ਉੱਤੇ ਇਹ ਵੀ ਸਵਾਲ ਖੜੇ ਹੋ ਰਹੇ ਨੇ ਕਿ ਉਹ ਐਸ਼ਪ੍ਰਸਤੀ ਵਿੱਚ ਜ਼ਿਆਦਾ ਧਿਆਨ ਦਿੰਦੇ ਨੇ ਔਰ ਪੰਜਾਬ ਦੇ ਲਈ ਉਹ ਕੰਮ ਨਹੀਂ ਕਰ ਰਹੇ। ਸ਼ਾਇਦ ਨਵਜੋਤ ਸਿੰਘ ਸਿੱਧੂ ਉਹਦੇ ਨਾਲੋਂ ਜ਼ਿਆਦਾ ਓਨੈਸਟੀ ਨਾਲ ਜਿਹੜਾ ਉਹ ਕੰਮ ਕਰ ਸਕਣਗੇ। ਮਗਰ
ਨਾਲ ਹੀ ਇੱਥੇ ਲੋਕ ਇਹ ਵੀ ਗੱਲ ਕਰ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਅਗਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਣਨ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਉਹਨਾਂ ਨੂੰ ਹਾਈ ਕਮਾਂਡ ਉੱਥੇ ਪ੍ਰਧਾਨ ਬਣਾਉਂਦੀ ਹੈ, ਤੇ ਜਿਹੜੇ ਕਾਂਗਰਸ ਦੇ ਮੇਨ ਪੁਰਾਣੇ ਲੀਡਰ ਨੇ ਉਹਨਾਂ ਦਾ ਕਿਹੋ ਜਿਹਾ ਰਿਐਕਸ਼ਨ ਹੋਏਗਾ। ਤੋ ਇਸ ਕਰਕੇ ਪੰਜਾਬ ਦੇ ਵਿੱਚ ਇਸ ਵੇਲੇ ਕਾਂਗਰਸ ਲਈ ਬੜਾ ਵੱਡਾ ਇੱਕ ਸਮੱਸਿਆ ਬਣੀ ਹੋਈ ਹੈ। ਕਿੱਥੇ ਮਨੀਸ਼ ਤਿਵਾਰੀ ਜੀ ਵੀ ਜ਼ੋਰ ਲਾ ਰਹੇ ਨੇ ਕੈਪਟਨ ਸਾਹਿਬ ਦੇ ਥਰੂ ਕਿ ਉਹ ਪ੍ਰਧਾਨ ਬਣ ਜਾਣ, ਨਵਜੋਤ ਸਿੰਘ ਸਿੱਧੂ ਆਪਣੀਆਂ ਡਿਮਾਂਡ ਰੱਖ ਕੇ ਬੈਠੇ ਨੇ, ਪ੍ਰਤਾਪ ਸਿੰਘ ਬਾਜਵਾ ਮਾਝੇ ਦੇ ਜਿਹੜੇ ਲੀਡਰ ਨੇ ਉਸ ਏਰੀਏ ਦੇ ਉਹ ਵੀ ਜ਼ੋਰ ਲਾ ਰਹੇ ਨੇ। ਨਾਲ ਨਵੀਂ ਜਿਹੜੀ ਡਿਵੈਲਪਮੈਂਟ ਹੋ ਰਹੀ ਹੈ, ਸੁਖਜਿੰਦਰ ਰੰਧਾਵਾ ਜਿਹੜੇ ਮਿਨਿਸਟਰ ਵੀ ਨੇ ਜੇਲ੍ਹਾਂ ਦੇ ਔਰ ਮਾਝੇ ਨੂੰ ਬਿਲੋਂਗ ਕਰਦੇ ਨੇ, ਫਤਿਹਗੜ੍ਹ ਚੂੜੀਆਂ ਕੌਂਸਟੀਚੁਐਂਸੀ ਨੂੰ ਰਿਪਰੈਜ਼ੈਂਟ ਕਰਦੇ ਨੇ, ਉਹਨਾਂ ਨੇ ਵੀ ਆਪਣਾ ਜਿਹੜਾ ਆ ਉਹ ਕੈਪਟਨ ਸਾਹਿਬ ਦੇ ਨਾਲ ਆਪਣਾ ਥੋੜ੍ਹਾ ਜਿਹਾ ਵੱਖ ਜਿਹੜਾ ਆ ਉਹਨਾਂ ਨਾਲ ਖਿਆਈ ਜਿਹੜੀ ਆ ਉਹ ਸ਼ੋਅ ਕਰਨੀ ਸ਼ੁਰੂ ਕਰ ਦਿੱਤੀ ਹੈ। ਨਵੀਆਂ ਚਾਲਾਂ ਜਿਹੜੀਆਂ ਨੇ ਹੋਰ ਵੀ ਚੱਲ ਰਹੀਆਂ ਨੇ। ਨਾਲ ਹੀ ਇਸ ਵੇਲੇ ਜ਼ੋਰ ਲੱਗ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਉਹ ਅਸ਼ਵਨੀ ਸੇਖੜੀ ਜਿਹੜੇ ਕਾਂਗਰਸ ਦੇ ਬੜੇ ਦਰੰਦਰ ਪੁਰਾਣੇ ਬਟਾਲੇ ਦੇ ਲੀਡਰ ਨੇ ਉਹਨਾਂ ਨੂੰ ਅਕਾਲੀ ਦਲ ਦੇ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸੋ ਇਸ ਵੇਲੇ ਧਰਮ ਦੀ ਪੋਲਿਟਿਕਸ ਜਿਹੜੀ ਹੈ ਉਹ ਬਹੁਤ ਜ਼ਬਰਦਸਤ ਜਿਹੜੀ ਹੈ ਉਹ ਪੰਜਾਬ 'ਚ ਹੋ ਰਹੀ ਹੈ। ਨਵੀਂ ਜਿਹੜੀ ਜੋੜ ਉਹਦੇ ਵਿੱਚ ਜੁੜ ਚੁੱਕਿਆ ਉਹ ਹੈ ਜਿਹੜਾ ਕੇਜਰੀਵਾਲ ਸਾਹਿਬ ਨੇ ਅਨਾਊਂਸਮੈਂਟ ਕਰਤੀ ਹੈ ਕਿ ਅਗਲਾ CM ਜਿਹੜਾ ਹੈ ਉਹ ਆਮ ਆਦਮੀ ਪਾਰਟੀ ਵੱਲੋਂ ਇੱਕ ਸਿੱਖ ਚਿਹਰਾ ਹੋਏਗਾ। ਸੋ ਦੁਬਾਰਾ ਇੱਥੇ ਫਿਰ ਧਰਮ ਦੀ ਪੋਲਿਟਿਕਸ ਜਿਹੜੀ ਆ ਸ਼ੁਰੂ ਹੋਈ ਹੈ। ਬਹੁਤ ਮਹਾਂਗਿਣਤੀ ਦੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਹਿੰਦੂ ਨੇ ਉਹ ਇਸ ਅਨਾਊਂਸਮੈਂਟ ਉੱਤੇ ਪ੍ਰਤੀਕਿਰਿਆ ਵੀ ਸ਼ੋਅ ਕਰ ਰਹੇ ਨੇ। ਉੱਧਰੋਂ ਜਿਹੜੀ ਨਵੀਂ ਮੂਵਮੈਂਟ ਜਿਹੜੀ ਆ ਅਕਾਲੀ ਦਲ ਜਿਹੜੀ ਆ ਉਹ ਆਪਣੇ ਆਪ ਨੂੰ ਇਵੇਂ ਰਿਪਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਦਲਿਤਾਂ ਦੇ ਨਾਲ ਹੈ, ਉਹ ਹਿੰਦੂਆਂ ਨੂੰ ਨਾਲ ਲੈ ਕੇ ਚੱਲ ਰਹੀ ਹੈ। ਇਸ ਕਰਕੇ ਉਹ ਅਸ਼ਵਨੀ ਸੇਖੜੀ ਜੀ ਨੂੰ ਨਾਲ ਲੈਣਾ ਚਾਹੁੰਦੇ ਨੇ। ਸੋ ਇਸ ਵੇਲੇ ਪੰਜਾਬ ਦੇ ਵਿੱਚ ਸਿਰਫ ਇੱਕ ਕੋਵਿਡ ਦੀ ਲੜਾਈ ਨਹੀਂ ਲੜ ਰਹੇ, ਪੰਜਾਬ ਦੇ ਵਿੱਚ ਬਹੁਤ ਜ਼ਬਰਦਸਤ ਜਿਹੜੀ ਆ ਇਸ ਵੇਲੇ ਧਰਮ ਦੀ ਰਾਜਨੀਤੀ ਜਿਹੜੀ ਆ ਉਹ ਵੀ ਕੀਤੀ ਜਾ ਰਹੀ ਹੈ। ਕੀ ਇਹਦਾ ਪੰਜਾਬੀਆਂ ਨੂੰ ਫਾਇਦਾ ਹੋਏਗਾ ਇਹ ਤਾਂ ਸਮਾਂ ਦੱਸੇਗਾ, ਮਗਰ ਸਿਚੁਏਸ਼ਨ ਇੱਥੇ ਉਵੇਂ ਬਣ ਚੁੱਕੀ ਹੈ ਕਿ ਜਿੰਨਾ ਵੀ ਬਿਜ਼ਨਸ ਪੰਜਾਬ ਦੇ ਵਿੱਚ ਅੱਜ ਹੈ ਉਹ ਸਾਰਾ ਦਾ ਸਾਰਾ ਜਿਹੜਾ ਆ ਉਹ ਮਾਰ ਅਧੀਨ ਹੈ। ਕੀਮਤਾਂ ਜਿਹੜੀਆਂ ਨੇ ਚਾਹੇ ਉਹ GST ਲੱਗੀ ਚਾਹੇ ਕੁਛ ਵੀ ਲੱਗਿਆ, ਕੀਮਤਾਂ ਇਸ ਵੇਲੇ ਖਾਣੇ ਦੀਆਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਵੱਧ ਚੁੱਕੀਆਂ ਨੇ। ਪੰਜਾਬ ਦੇ ਵਿੱਚ ਅਨਐਮਪਲੋਇਮੈਂਟ ਜਿਹੜੀ ਆ ਬਹੁਤ ਹਾਈ ਹੈ। ਕਿਤੇ ਨਾ ਕਿਤੇ ਪੰਜਾਬ ਗੌਰਮੈਂਟ ਜਿਹੜੀ ਆ ਬੜੀ ਚੰਗੀ ਤਰ੍ਹਾਂ ਸਮਝਦੀ ਹੈ ਕਿ ਉਹ ਅਨਐਮਪਲੋਇਮੈਂਟ ਜਿਹੜੀ ਆ ਉਹਨੂੰ ਕੰਟਰੋਲ ਨਹੀਂ ਕਰ ਸਕਦੀ। ਪੰਜਾਬ ਗੌਰਮੈਂਟ ਜਿਹੜੀ ਆ ਉਹ ਇੱਕ ਸ਼ਾਰਟ ਟਰਮ, ਚਾਹੇ ਉਹ ਕਾਂਗਰਸ ਹੈ ਚਾਹੇ ਅਕਾਲੀ ਦਲ ਹੈ, ਉਹ ਇੱਕ ਸ਼ਾਰਟ ਟਰਮ ਗੇਨ ਵੱਲ ਜਾ ਰਹੀ ਹੈ। ਉਹ ਸ਼ਾਰਟ ਟਰਮ ਗੇਨ ਕੀ ਹੈ, ਕੀ ਖੇਡ ਖੇਡੀ ਜਾ ਰਹੀ ਹੈ। ਪੰਜਾਬ ਗੌਰਮੈਂਟ ਨੂੰ ਬੜਾ ਚੰਗੀ ਤਰ੍ਹਾਂ ਪਤਾ ਹੈ ਕਿ ਇੱਥੇ ਅਗਰ ਲੋਕਾਂ ਨੂੰ ਸੈਟਿਸਫੈਕਸ਼ਨ ਦੇਣੀ ਹੈ ਤੇ ਉਹਨਾਂ ਨੂੰ ਸਟੂਡੈਂਟ ਵੀਜ਼ਿਆਂ ਦੇ ਉੱਤੇ ਕੈਨੇਡਾ, ਆਸਟ੍ਰੇਲੀਆ, ਇੰਗਲੈਂਡ ਕਿਤੇ ਵੀ ਜਾਣਾ ਚਾਹੁੰਦੇ ਨੇ ਉੱਥੇ ਉਹਨਾਂ ਨੂੰ ਜਾਣ ਦਿੱਤਾ ਜਾਏ। ਪੰਜਾਬ ਦੇ ਵਿੱਚੋਂ ਯੂਥ ਜਿਹੜਾ ਨਿਕਲ ਕੇ ਬਾਹਰ ਆ ਰਿਹਾ ਆਪਣੀ ਲਾਈਫ ਬਣਾਉਣ ਵਾਸਤੇ ਔਨ ਸਟੂਡੈਂਟ ਵੀਜ਼ੇ ਦੇ ਉੱਤੇ ਜਿਹੜਾ ਆ ਰਿਹਾ, ਇਹ ਪੰਜਾਬ ਗੌਰਮੈਂਟ ਦੀ ਬਹੁਤ ਵੱਡੀ ਇੱਕ ਰਿਲੀਫ ਹੈ। ਇਸੇ ਕਰਕੇ ਹੀ ਪੰਜਾਬ ਦੇ ਵਿੱਚ ਕੈਪਟਨ ਸਰਕਾਰ ਨੇ ਆਈਲੈਟਸ ਜਿਹੜੇ ਨੇ ਕੋਚਿੰਗ ਸੈਂਟਰ ਉਹਨਾਂ ਨੂੰ ਇਜਾਜ਼ਤ ਦੇ ਦਿੱਤੀ ਹੈ। ਅਸੀਂ ਇਹ ਐਨਾਲਿਸਿਸ ਜਿਹੜੇ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਪੰਜਾਬੀ ਕਿਸ ਤਰ੍ਹਾਂ ਖੇਡਿਆ ਜਾ ਰਿਹਾ ਹੈ, ਪੰਜਾਬ ਦੇ ਵਿੱਚ ਪੋਲਿਟਿਕਸ ਜਿਹੜੀ ਆ ਕਿੰਨੀ ਗੰਦੀ ਹੋ ਚੁੱਕੀ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਬਾਰੇ ਕੋਈ ਸੋਚ ਨਹੀਂ ਰਿਹਾ। ਹਰ ਪੂਰੀ ਲੜਾਈ ਜਿਹੜੀ ਆ ਉਹ ਆਪਦੀ ਕੁਰਸੀ ਦੀ ਲੜਾਈ ਹੈ। ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਕਿ ਆਈਲੈਟਸ ਦੇ ਕੋਚਿੰਗ ਸੈਂਟਰ ਜਿਹੜੇ ਆ ਉਹ ਬੰਦ ਨਾ ਹੋਣ, ਉਹਨਾਂ ਨੂੰ ਖੋਲ੍ਹਤਾ ਗਿਆ ਹੈ। ਇੱਕ ਪਾਸੇ ਕੋਵਿਡ ਚੱਲ ਰਿਹਾ, ਡੈਲਟਾ ਵੇਰੀਐਂਟ ਜਿਹੜਾ ਆ ਉਹ ਪੰਜਾਬ 'ਚ ਆ ਰਿਹਾ ਹੈ। ਪਟਿਆਲਾ, ਲੁਧਿਆਣੇ ਦੇ ਵਿੱਚ ਕੇਸ ਜਿਹੜੇ ਆ ਉਹ ਆਉਣੇ ਵੀ ਸ਼ੁਰੂ ਹੋ ਚੁੱਕੇ ਆ। ਮਗਰ ਆਈਲੈਟਸ ਦੇ ਸੈਂਟਰ ਜਿਹੜੇ ਆ ਉਹ ਕਿੰਨੇ ਇੰਪੋਰਟੈਂਟ ਨੇ ਪੰਜਾਬ ਗੌਰਮੈਂਟ ਲਈ ਇੱਥੋਂ ਪਤਾ ਲੱਗਦਾ। ਔਰ ਆਈਲੈਟਸ ਦੇ ਸੈਂਟਰ ਕਿਉਂ ਇੰਪੋਰਟੈਂਟ ਨੇ ਤਾਂ ਕਿ ਲੋਕ ਬੱਚੇ ਜਿਹੜੇ ਆ ਉੱਥੋਂ ਦਾ ਯੂਥ ਹੈ ਉਹ ਪੰਜਾਬ 'ਚੋਂ ਨਿਕਲ ਕੇ ਦੂਸਰੇ ਦੇਸ਼ਾਂ 'ਚ ਜਾਂਦਾ ਰਹੇ। ਸ਼ਾਇਦ ਪੰਜਾਬੀ ਜਿਹੜੇ ਨੇ ਉਹ ਇਸ ਚੀਜ਼ ਦੀ ਚਿੰਤਾ ਨਹੀਂ ਕਰ ਰਹੇ। ਪੰਜਾਬ ਦੇ ਵਿੱਚੋਂ ਯੂਥ ਸਾਰਾ ਨਿਕਲ ਕੇ
ਉਹ ਦੂਸਰੇ ਦੇਸ਼ਾਂ 'ਚ ਜਾ ਰਿਹਾ ਹੈ। ਪੰਜਾਬ ਨੇ ਉਹਨਾਂ ਨੂੰ ਵੱਡਾ ਕੀਤਾ, ਉਹਨਾਂ 'ਤੇ ਖਰਚਾ ਕੀਤਾ, ਉਹਨਾਂ ਨੂੰ ਸਕੂਲਿੰਗ ਦਿੱਤੀ ਹੈ। ਔਰ ਅਗਰ ਸਾਰਾ ਯੂਥ ਜਿਹੜਾ ਆ ਉਹ ਸਟੂਡੈਂਟ ਵੀਜ਼ੇ ਦੇ ਉੱਤੇ ਫੋਰਨ 'ਚ ਆ ਕੇ ਸੈਟਲ ਹੁੰਦਾ ਰਿਹਾ ਤੇ ਪੰਜਾਬ ਦੇ ਵਿੱਚ ਨਾ ਤੇ ਜਵਾਨੀ ਰਹੇਗੀ, ਜੋ ਰਹਿ ਜਾਏਗੀ ਉਹ ਅਨਇੰਪਲੋਇਡ ਹੋਏਗੀ, ਜਿਹੜੀ ਰਹਿ ਜਾਏਗੀ ਉਹ ਨਸ਼ਿਆਂ 'ਤੇ ਲੱਗੀ ਹੋਏਗੀ, ਕਿਉਂਕਿ ਸਰਕਾਰਾਂ ਕਿਸੇ ਨੇ ਵੀ ਨਸ਼ੇ ਨਹੀਂ ਬੰਦ ਕੀਤੇ, ਨਾ ਨਸ਼ੇ ਵਾਲਿਆਂ ਨੂੰ ਫੜਿਆ। ਇਹ ਜ਼ਰੂਰ ਹੈ ਕਿ ਕੈਨੇਡਾ ਦੇ ਵਿੱਚ ਚਾਹੇ 61 ਮਿਲੀਅਨ ਡਰੱਗ ਜਿਹੜੀ ਫੜੀ ਜਾਏ ਉਹਦੇ ਵਿੱਚ 80% ਉੱਤੇ ਪੰਜਾਬੀ ਜਾਂ ਸਾਡੀ ਭਾਈਚਾਰੇ ਦੇ, ਸਾਡੀ ਕਮਿਊਨਿਟੀ ਦੇ ਲੋਕ ਜਿਹੜੇ ਆ ਉਹ ਸ਼ਾਮਿਲ ਹੁੰਦੇ ਨੇ, ਉਹਨਾਂ ਦੇ ਨਾਂ ਆਉਂਦੇ ਨੇ। ਔਰ ਅਸੀਂ ਇੱਥੇ ਵੀ ਉਸ ਚੀਜ਼ ਉੱਤੇ ਚੁੱਪ ਹਾਂ। ਔਰ ਸਾਨੂੰ ਇਹ ਵੀ ਨਹੀਂ ਪਤਾ, ਪੰਜਾਬ ਦੇ ਵਿੱਚ ਅਸੀਂ ਅਨਾਊਂਸਮੈਂਟਸ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਡਰੱਗ ਖਤਮ ਹੋ ਚੁੱਕੀ ਹੈ। ਕੈਪਟਨ ਸਾਹਿਬ ਬੜੇ ਦਾਅਵੇ ਨਾਲ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਅਸੀਂ ਡਰੱਗ ਦਾ ਲੱਕ ਤੋੜ ਦਿੱਤਾ, ਮਗਰ ਇੱਥੇ ਬੈਠ ਕੇ ਜੋ ਸਿਚੁਏਸ਼ਨ ਹੈ, ਅਗਰ ਇੱਥੇ ਬੈਠ ਕੇ ਜਿਹੜੀ ਡਰੱਗ ਦੇ ਵੱਡੇ ਵੱਡੇ ਮਾਫੀਆ ਜਿਹੜਾ ਫੜਿਆ ਜਾਂਦਾ ਹੈ, 61 ਮਿਲੀਅਨ ਦੀ ਅਗਰ ਡਰੱਗ ਕੋਈ ਫੜਦੀ ਹੈ ਕੈਨੇਡੀਅਨ ਪੁਲਿਸ, ਉਹਦੇ ਵਿੱਚ 80% ਜਿਹੜਾ ਆ ਉਹ ਪੰਜਾਬੀ ਹੈ ਸ਼ਾਮਿਲ। ਔਰ ਕਿਵੇਂ ਅਸੀਂ ਕਹਿ ਸਕਦੇ ਹਾਂ ਕਿ ਇਹਦਾ ਲਿੰਕ ਜਿਹੜਾ ਆ ਡਾਇਰੈਕਟ ਪੰਜਾਬ ਦੇ ਨਾਲ ਨਹੀਂ ਹੈ? ਸੋ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਵੋਟਰ ਨੂੰ ਬਹੁਤ ਹੀ ਅਲਰਟ ਹੋਣ ਦੀ ਲੋੜ ਹੈ। ਪੰਜਾਬ ਦੇ ਲੋਕਾਂ ਨੂੰ ਅਕਲ ਕਰਨ ਦੀ ਲੋੜ ਹੈ, ਕਿਉਂਕਿ ਪੰਜਾਬ ਦਾ ਵੋਟਰ 2017 ਦੇ ਵਿੱਚ ਵੀ ਬੇਵਕੂਫ ਬਣਿਆ। ਪੰਜਾਬ ਦਾ ਵੋਟਰ ਜਿਹੜਾ ਆ ਉਹ ਉਦੋਂ ਵੀ ਨਵੀਂ ਸਰਕਾਰ ਕੋਈ ਸੈਟਲ ਨਹੀਂ ਕਰ ਸਕਿਆ, ਨਵੀਂ ਪਾਰਟੀ ਨੂੰ ਮੌਕਾ ਨਹੀਂ ਦੇ ਸਕਿਆ। ਮੈਂ ਇੱਥੇ ਜ਼ਰੂਰ ਕਹਿਣਾ ਚਾਹੁੰਦਾ ਕਿ ਮੈਂ ਕੋਈ ਆਮ ਆਦਮੀ ਪਾਰਟੀ ਦਾ ਸਪੋਰਟਰ ਨਹੀਂ ਹਾਂ, ਮਗਰ ਐਜ਼ ਆ ਪੰਜਾਬੀ NRI ਸਾਨੂੰ ਸਾਰਿਆਂ ਨੂੰ ਸਿਰਫ ਇੱਕ ਹੀ ਚੀਜ਼ ਦੀ ਚਿੰਤਾ ਹੈ ਕਿ ਸ਼ਾਇਦ ਪੰਜਾਬ ਦੇ ਵਿੱਚ ਰਹਿਣ ਵਾਲਾ ਪੰਜਾਬੀ ਜਿਹੜਾ ਆ ਉਹ ਇੰਨਾ ਬਿਜ਼ੀ ਹੈ, ਜਾਂ ਉਹ ਇੰਨੀਆਂ ਚੀਜ਼ਾਂ ਦੇ ਬਾਹਰੋਂ ਜਿਹੜੇ ਲਿੰਕ ਬਣ ਜਾਂਦੇ ਨੇ ਉਹਦੇ ਉੱਤੇ ਗੌਰ ਨਹੀਂ ਕਰ ਰਿਹਾ। ਤਦ ਹੀ ਸਾਡਾ ਇਹ ਕੋਸ਼ਿਸ਼ ਹੈ ਕਿ ਅਸੀਂ ਪੰਜਾਬ ਦੇ ਵੋਟਰ ਨੂੰ ਖਾਸ ਤੌਰ 'ਤੇ ਉਹਨਾਂ ਨੂੰ ਜਾਗਰਤ ਕਰੀਏ ਕਿ ਇਸ ਵੇਲੇ ਜਿਹੜੀ ਧਰਮ ਦੀ ਰਾਜਨੀਤੀ ਉੱਥੇ ਕੀਤੀ ਜਾ ਰਹੀ ਹੈ, ਜਿਹੜੀਆਂ ਆਪਣੀਆਂ ਆਪਣੀਆਂ ਕੁਰਸੀਆਂ ਦੀ ਲੜਾਈ ਹੋ ਰਹੀ ਹੈ, ਉਹਦੇ ਵਿੱਚ ਪੰਜਾਬ ਦਾ ਹਿੱਤ ਕੋਈ ਨਹੀਂ ਦੇਖ ਰਿਹਾ। ਇਸੇ ਕਰਕੇ ਉੱਥੇ ਅਨਇੰਪਲੋਇਮੈਂਟ ਜਿਹੜੀ ਹੈ, ਚਾਹੇ ਉਹ ਟੀਚਰਸ ਨੇ, ਚਾਹੇ ਉਹ ਟੀਚਰਸ ਯੂਨੀਅਨ ਨੇ, ਉੱਥੇ ਲਾਠੀ ਚਾਰਜ ਉਵੇਂ ਹੀ ਹੋ ਰਿਹਾ ਹੈ। ਕਿਸਾਨਾਂ ਦਾ ਮੁੱਦਾ ਜਿਹੜਾ ਹੈ ਉਹ ਇੰਨਾ ਸਟੇਲਮੇਟ ਹੋ ਚੁੱਕਿਆ ਹੈ, ਉਹ ਕਿਸਾਨ ਜਿਹੜੇ ਨੇ 500 ਤੋਂ ਉੱਪਰ ਸ਼ਹੀਦੀਆਂ ਦੇ ਚੁੱਕੇ ਨੇ, ਫਿਰ ਵੀ ਕੋਈ ਫਰਕ ਨਹੀਂ ਪੜ ਰਿਹਾ। ਹੁਣੇ ਹੀ ਮੈਮੋਰੈਂਡਮ ਦੇਣ ਵਾਸਤੇ ਜਦੋਂ ਪੰਜਾਬ ਹਰਿਆਣਾ ਦੀ ਜਿਹੜੀ ਗਵਰਨਮੈਂਟ ਗਵਰਨਰ ਕੋਲ ਜਿਹੜੇ ਕਿਸਾਨ ਗਏ ਨੇ, ਵਾਟਰ ਕੈਨਨ ਉਹਨਾਂ ਦੇ ਫਿਰ ਵੀ ਚੱਲੀਆਂ ਨੇ। ਸੋ ਇਹ ਐਕਚੁਅਲ ਚਿਹਰੇ ਨੇ ਪੰਜਾਬ ਦੇ ਵਿੱਚ ਜੋ ਇਸ ਵੇਲੇ ਹੋ ਰਹੇ ਨੇ। ਕੁੰਵਰ ਪ੍ਰਤਾਪ ਇੰਨੇ ਸਾਲ SIT ਜਿਹੜੀ ਆ ਰਿਪੋਰਟ ਜਿਹੜੀ ਆ ਉਹਨੂੰ ਨਹੀਂ ਦੇ ਸਕੇ। ਉਹਨਾਂ ਦੀ ਰਿਪੋਰਟ ਜਿਹੜੀ ਆ ਉਹਦੇ ਵਿੱਚ ਲੂਪ ਹੋਲਸ ਨੇ, ਔਰ ਅੱਜ ਐਕਸਪਰਟਸ ਇਹ ਬੋਲ ਰਹੇ ਨੇ ਕਿ ਉਹ ਲੂਪ ਹੋਲ ਜਿਹੜੇ ਆ ਇੰਟੈਂਸ਼ਨਲੀ ਛੱਡੇ ਗਏ ਸੀਗੇ ਤਾਂ ਕਿ ਹਾਈ ਕੋਰਟ ਦੇ ਵਿੱਚ ਉਹ ਜਦੋਂ ਰਿਪੋਰਟ ਜਾਏ ਉਹਦੇ ਉੱਤੇ ਕੁਐਸਚਨ ਲੱਗਣ ਔਰ ਉਹ ਰਿਪੋਰਟ ਜਿਹੜੀ ਆ ਉਹ ਲਾਗੂ ਨਾ ਹੋ ਸਕੇ। ਦੁਬਾਰਾ SIT ਇੱਕ ਸਿਰਫ ਗੋਲੀकांड ਜਿਹੜੀ ਆ ਉਹਨੂੰ ਉਹਦੇ ਦੋਸ਼ੀ ਲੱਭਣ ਵਾਸਤੇ ਦੋ ਸਰਕਾਰਾਂ ਜਿਹੜੀਆਂ ਨੇ ਉਹ 7 ਸਾਲ ਤੋਂ ਉੱਪਰ ਦਾ ਸਮਾਂ ਲਾ ਦਿੰਦੀਆਂ ਨੇ। ਇਹ ਸਵਾਲ ਜਿਹੜੇ ਆ ਪੰਜਾਬੀ ਅੱਜ ਕਰ ਰਹੇ ਨੇ, ਮਗਰ ਅਫਸੋਸ ਇਹ ਹੈ ਕਿ ਜਦੋਂ ਇਲੈਕਸ਼ਨ ਹੋਏਗੀ ਅਗਲੇ ਸਾਲ, ਉਸ ਟਾਈਮ ਵੀ ਅਸੀਂ ਦੁਬਾਰਾ ਸਾਰੇ ਪੰਜਾਬੀਆਂ ਨੇ ਭਾਵੁਕ ਹੋ ਕੇ ਕਿਸੇ ਨਾ ਕਿਸੇ ਤਰ੍ਹਾਂ ਦੀ ਆਇਡੈਂਟੀਟੀ ਪੋਲਿਟਿਕਸ ਦੇ ਵਿੱਚ ਦੁਬਾਰਾ ਐਸੀ ਸਰਕਾਰ ਜ਼ਰੂਰ ਬਣਾਉਣੀ ਹੈ ਕਿ ਜਿਹਦੇ ਨਾਲ ਪੰਜਾਬ ਫਰਦਰ ਜਿਹੜਾ ਆ ਉਹ ਜਿੰਨੀਆਂ ਸਟੇਟਾਂ ਦੇ ਵਿੱਚ ਇਸ ਵੇਲੇ ਪਹਿਲੀ ਤੋਂ 13ਵੀਂ 14ਵੀਂ ਪੋਜੀਸ਼ਨ 'ਤੇ ਜਾ ਚੁੱਕਿਆ, ਅਤੇ ਚਾਂਸਸ ਇਹ ਨੇ ਕਿ ਜੇ ਇਸੇ ਤਰ੍ਹਾਂ ਪੰਜਾਬ ਚੱਲਦਾ ਰਿਹਾ ਤਾਂ ਸ਼ਾਇਦ ਅਸੀਂ 17ਵੇਂ 18ਵੇਂ 19ਵੇਂ ਨੰਬਰ 'ਤੇ ਜਾ ਚੁੱਕੀਏ। ਇਹ ਬੜੀ ਅਫਸੋਸ ਦੀ ਗੱਲ ਹੈ। ਬਾਹਰ ਬੈਠਾ ਪੰਜਾਬੀ ਇਸ ਚੀਜ਼ ਨੂੰ ਜ਼ਰੂਰ ਪੀੜ ਮਹਿਸੂਸ ਕਰਦਾ ਹੈ, ਕਿਉਂਕਿ ਜਦੋਂ ਬਾਹਰ ਅਸੀਂ ਸਿਸਟਮ ਵੇਖਦੇ ਹਾਂ ਔਰ ਅਸੀਂ ਕੰਪੇਅਰ ਕਰਦੇ ਹਾਂ ਕਿ ਉੱਥੇ ਕੀ ਚੀਜ਼ਾਂ ਨਹੀਂ ਹੋ ਰਹੀਆਂ, ਉਸ ਟਾਈਮ ਤੁਹਾਡਾ ਦਿਲ ਜਿਹੜਾ ਆ ਉਹ ਬਹੁਤ ਦੁਖੀ ਹੁੰਦਾ। ਅੱਜ ਵੀ ਅਸੀਂ ਜਿਹੜੀ ਐਨਾਲਿਸਿਸ ਕਰ ਰਹੇ ਹਾਂ ਉਹ ਗੱਲ ਇਹ ਕਰ ਰਹੇ ਹਾਂ ਕਿ ਚਾਹੇ ਉਹ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦੀ ਗੱਲ ਹੋਏ, ਚਾਹੇ ਨਵਜੋਤ ਸਿੰਘ ਸਿੱਧੂ ਦੀ ਗੱਲ ਹੋਏ, ਇਸ ਵੇਲੇ ਏਜੰਡੇ ਦੀ ਗੱਲ, ਕੋਈ ਵੀ ਮੁੱਦੇ ਦੀ ਗੱਲ ਜਿਹੜੀ ਆ ਪੰਜਾਬ ਦੇ ਵਿੱਚ ਨਹੀਂ ਕੀਤੀ ਜਾ ਰਹੀ। ਕੋਈ ਵੀ ਪਾਰਟੀ, ਕੋਈ ਵੀ ਉੱਥੇ ਦਾ ਲੀਡਰ ਡਰੱਗ ਦੇ ਬਾਰੇ ਨਹੀਂ ਗੱਲ ਕਰ ਰਿਹਾ। ਇਸ ਚੀਜ਼ ਦੀ ਸ਼ਾਬਾਸ਼ੀ ਅਸੀਂ ਨਵਜੋਤ ਸਿੰਘ ਸਿੱਧੂ ਨੂੰ ਜ਼ਰੂਰ ਦਿੰਦੇ ਹਾਂ ਕਿ ਉਹਨਾਂ ਨੇ ਹੁਣ ਜਿਹੜੇ ਟਵੀਟ ਕੀਤੇ ਨੇ, ਉਹਨਾਂ ਨੇ ਡਾਇਰੈਕਟ DGP ਨੂੰ ਸਵਾਲ ਕੀਤੇ ਨੇ, ਉਹਨਾਂ ਨੇ ਡਾਇਰੈਕਟ ਸ਼੍ਰੋਮਣੀ ਅਕਾਲੀ ਦਲ ਨੂੰ, ਸੁਖਬੀਰ ਬਾਦਲ ਨੂੰ ਸਵਾਲ ਕੀਤੇ ਨੇ ਡਰੱਗਸ ਦੇ ਉੱਤੇ,
उन्होंने सवाल पूछा है कि जी STF हाई कोर्ट की STF रिपोर्ट जी सी स्पैशल रिपोर्ट पंजाब गौरमेंट नूं गई सी ड्रग्स दे विच, जिहदे विच ड्रग्स के बहुत वड्डे वड्डे लोगों के नाम ही सीगे, उहदे उत्ते पंजाब सरकार ने क्यों नहीं एक्शन लिया? क्यों पंजाब रोडवेज़ की बस जी है वो क्यों वध टैक्स दे रही है पर किलोमीटर, और जड़ियाँ एयर कंडीशन बसां सुखबीर बादल जी चला रहे हैं, उन्हां दियां जड़ियाँ बसां ने वो उन्हां नालों अद्धा टैक्स पे कर रही ने? ये फैक्चुअल चीज़ां ने। एक प्राइवेट बसां जड़ियाँ एयर कंडीशन बसां चलदियां ने पंजाब दे विच वो टैक्स घट दे रही ने, और पंजाब रोडवेज जी गौरमेंट की एजेंसी है वो टैक्स वध दे रही है। इन्हां उत्ते सवाल किए जा रहे हैं। बहुत सारा लैंड माफिया, रेत माफिया तमिलनाडु दे विच सिर्फ 3 नदियां ने। तेलंगाना दे विच एक कावेरी नदी है, और तेलंगाना दे विच वो जिहड़ी एक नहर है, एक दरिया है, उहदे तो वो हज़ारा करोड़ रुपया जिहड़ा आ वो रेत सही रेट दे उत्ते वेच के पैसा बना रहे हैं। पंजाब दा पूरी धरती जिहड़ी आ वो दरियावां दी धरती है, और सानू सब नूं पता है कि हर नहर दे विचों उत्थे रेत कड्ढी जा रही है। पंजाबियों नूं ये जरूर सोचण दी लोड़ है कि इन्नी रेत इन्नी महंगी होण दे की कारण ने पंजाब दे विच। एक रेत भी उत्थे बहुत वड्डा माफिया है, और उसका कंट्रोल जिहड़ा आ वो 2-3 घराणिਆਂ दे कोल है पंजाब दे विच। सानू सारिਆਂ ਨੂੰ ਇਹ ਜ਼ਰੂਰ पता ਕਰਨ ਦੀ ਲੋੜ है कि अगर रेत का रेट ਵੱਧ होएगा तो कंस्ट्रक्शन घट होएगी, कंस्ट्रक्शन कॉस्टली होएगी। तेलंगाना कुछ साल पहला एक स्टेट बनी है, और उन्होंने हज़ारा करोड़ जड़े आ रेता तो कमा ले, और उत्थे इन्नी कंस्ट्रक्शन चीप हो रही है। पंजाब दे विच इन्ने सालों तो दरिया बह रहे हैं, मगर उत्थे सब तो एक्सपेंसिव पंजाब दे विच रेत है, और कंस्ट्रक्शन जी वो महंगी है सारे इंडिया दे विचों, और ਉਹਦਾ ਰੈਵਨਿਊ ਜਿਹੜਾ ਆ ਉਹ तेलंगाना तो 170 ਦਾ 17ਵਾਂ ਹਿੱਸਾ ਆਮਦਨ ਜਿਹੜੀ ਆ ਪੰਜਾਬ ਰੇਤ ਤੋਂ ਲੈ ਰਿਹਾ, ਜਦ ਕਿ ਰਿਸੋਰਸਿਸ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਉਹਨਾਂ ਨਾਲੋਂ 5 ਗੁਣਾ ਜ਼ਿਆਦਾ ਨੇ। ਉੱਥੇ ਇੱਕ ਦਰਿਆ ਹੈ, ਇੱਥੇ 5 ਦਰਿਆ ਨੇ। ਇਹ ਸਾਨੂੰ ਸਾਰਿਆਂ ਨੂੰ ਸੋਚਣ ਦੀ ਲੋੜ ਹੈ ਕਿ ਪੰਜਾਬੀ ਬਹੁਤ ਬੁਰੀ ਤਰ੍ਹਾਂ ਬੇਵਕੂਫ ਬਣ ਰਿਹਾ। ਅੱਜ ਵੀ ਅਸੀਂ कौन प्रधान बनेगा, सिद्धू का की बनेगा, मनीष तिवारी का की बनेगा, वो गल कर रहे हैं। पंजाब दे विच मुद्दों की गल जी वो नहीं हो रही, और असी रेडियो जिंदाबाद तो सिर्फ एक चीज़ के उत्ते फोकस कर रहे हैं ताकि असी जिन्नी भी अवेयरनैस है वो असी पंजाबियों नूं दे सकीए, ताकि पंजाबी ये सोच सके कि कैप्टन सरकार ने आईलैट सेंटर जड़े आ उन्हां नूं क्यों खोलिया। क्योंकि पिछले साल 1.5 साल तो जड़ा स्टूडेंट्स जड़े ने वो पंजाब तो अगर नहीं आए, सब तो ज़्यादा कैनेडा दे विच अगर स्टूडेंट्स आ रहे हैं वो है इंडिया तो, और इंडिया दे विचों सब तो ज़्यादा अगर स्टूडेंट्स आ रहे हैं वो आ रहे हैं पंजाब तो। और अगर पंजाब तो 100 बच्चा आ रहा तो वो तो 83% बच्चे जड़े रूरल पंजाब तो आ रहे हैं, जिन्होंने अनएम्पलॉयमेंट की उत्थे सब तो वड्डा इशू है, जिन्हों के अपने कोई बिजनेस नहीं ने, जिन्हों की जमीनां छोटियां ने। सरकार पंजाब सरकार चाहती है कि उत्थे लोग जड़े आईलैट्स करन और स्टूडेंट वीज़े ला के पंजाब तो बाहर चल जान, ताकि पंजाब की जी अनएम्पलॉयमेंट की डिमांड है, लोगों की जी डिमांड है, यंग जनरेशन जी उत्थे दुखी हो रही है वो उन्नी घट सके। मगर की अपना सारा जवानी दूसरे देश में भेजनी एक किसी भी स्टेट वास्ते चंगी चीज़ है? ਇਹਦੇ ਉੱਤੇ ਸਾਨੂੰ गौर करना चाहिए। अगला सैगमेंट ਜਿਹੜਾ ਉਹਦੇ ਉੱਤੇ ਜਾਣ अगले सवाल ਜਿਹੜੇ ਹੋਣਗੇ ਉਹ ਇਹ ਹੋਣਗੇ ਕਿ ਪੰਜਾਬ ਦੇ ਵਿੱਚ ਇਸ ਵੇਲੇ ਮੇਨ ਮੁੱਦੇ ਕੀ ਨੇ, ਤੇ ਕੀ 2022 ਦੇ ਵਿੱਚ ਆਮ ਆਦਮੀ ਪਾਰਟੀ और बीजेपी अकाली दल और कांग्रेस अगर इसे तरह रही तो की उम्मीद कर सकते हैं कि रिजल्ट किवें दे आउणगे। एक छोटी जी म्यूजिकल ब्रेक तो बाद अगला सैगमेंट जिहड़ा आ ਉਹਦੇ ਉੱਤੇ इस चीज़ की डिस्कशन होएगी। हुंदी हवाए किस्सा जोड़ दे प्रीत दा, रूदी रीत दा, दिलां दे माही मीत दा,
ਪੈ ਗਈ ਅਥਰੇ ਖਿਆਲਾਂ ਨਾਲ ਦੋਸਤੀ ਤੇ ਗਵਾਚਿਆਂ ਜਿਆਂ ਦਾ ਸਮਾਂ ਬੀਤਦਾ ਸਾਨੂੰ ਸਿਰਾਂ ਨੀ ਥੇ ਆਉਂਦਾ ਸੁੱਚੇ ਗੀਤ ਦਾ ਜਾਂ ਤਾਂ ਵੱਡੇ ਅਤੇ ਵਾਕ ਨਿੱਕੇ ਨਿੱਕੇ ਦੱਸੋ ਜੀ ਹੁਣ ਕੀ ਲਿਖੀਏ ਹਾਏ ਹੋਏ ਮੈਂ ਤੇ ਸੱਜਣ ਇੱਕੋ ਮਿੱਕੇ ਦੱਸੋ ਜੀ ਹੁਣ ਕੀ ਲਿਖੀਏ ਸਭ ਮਿਟ ਗਏ ਨੇ ਅਟਕ ਅੜਕੇ ਦੱਸੋ ਜੀ ਹੁਣ ਕੀ ਲਿਖੀਏ ਹਾਏ ਹੋਏ ਮੈਂ ਤੇ ਸੱਜਣ ਇੱਕੋ ਮਿੱਕੇ ਦੱਸੋ ਜੀ ਹੁਣ ਕੀ ਲਿਖੀਏ ਵੈਸੇ ਇੱਕ ਗੱਲ ਸੁਣੀ ਮੇਰੇ ਹਾਣੀਆਂ ਅਸੀਂ ਕਈਆਂ ਵੀ ਤੇ ਕਈਆਂ ਨਹੀਂ ਉਹ ਜਾਣੀਆਂ ਚੱਲ ਰੂਹਾਂ ਚ ਲੁਕਾਈਏ ਇਹਦੀ ਮਹਿਕ ਨੂੰ ਲੋਕ ਵੇਖਦੀਆਂ ਪਰੀਆਂ ਤੇ ਰਾਣੀਆਂ ਵੈਸੇ ਇੱਕ ਗੱਲ ਸੁਣੀ ਮੇਰੇ ਹਾਣੀਆਂ ਅਸੀਂ ਕਈਆਂ ਵੀ ਤੇ ਕਈਆਂ ਨਹੀਂ ਉਹ ਜਾਣੀਆਂ ਚੱਲ ਰੂਹਾਂ ਚ ਲੁਕਾਈਏ ਇਹਦੀ ਮਹਿਕ ਨੂੰ ਲੋਕ ਵੇਖਦੀਆਂ ਪਰੀਆਂ ਤੇ ਰਾਣੀਆਂ ਅਸੀਂ ਆਪੇ ਨੂੰ ਨਹੀਂ ਨਜ਼ਰਾਂ ਦਵਾਣੀਆਂ ਕਾਹੀ ਲਾਏ ਕਾਲੇ ਕਜਲੇ ਦੇ ਟਿੱਕੇ ਦੱਸੋ ਜੀ ਹੁਣ ਕੀ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀਗੇ ਕਿ ਹੁਣ ਜੋ ਸਿਚੁਏਸ਼ਨ ਬਣੀ ਹੋਈ ਹੈ ਉਹਦੇ ਨਾਲ ਅਗਲੇ ਸਾਲ ਇਲੈਕਸ਼ਨ ਵਿੱਚ ਕੀ ਰਿਜ਼ਲਟਸ ਆਉਣਗੇ ਕਿਵੇਂ ਪਾਰਟੀਆਂ ਫੇਅਰ ਕਰਨਗੀਆਂ ਹੁਣ ਅਸੀਂ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੀ ਕੀ ਆਮ ਆਦਮੀ ਪਾਰਟੀ ਵਿੱਚ ਕੇਜਰੀਵਾਲ ਸਾਹਿਬ ਨੇ ਜਿਹੜਾ ਅਨਾਊਂਸਮੈਂਟ ਕੀਤੀ ਹੈ ਕਿ ਅਗਲਾ CM ਜਿਹੜਾ ਆ ਉਹ ਇੱਕ ਸਿੱਖ ਚਿਹਰਾ ਹੋਏਗਾ ਕੀ ਇਹ ਇਸ਼ਾਰਾ ਪ੍ਰਗਟ ਸਿੰਘ ਵਾਲਾ ਹੈ ਕੌਣ ਐਸਾ ਸਿੱਖ ਲੀਡਰ ਜਿਹੜਾ ਆ ਉਹ ਆਏਗਾ ਸਾਹਮਣੇ ਜਿਹੜਾ ਕਿ CM ਕੈਂਡੀਡੇਟ ਬਣ ਸਕਦਾ ਸਾਨੂੰ ਬੜੀ ਚੰਗੀ ਤਰ੍ਹਾਂ ਪਤਾ ਕਿ ਉਹ CM ਫੇਸ ਜਿਹੜਾ ਆ ਉਹ ਭਗਵੰਤ ਮਾਨ ਨਹੀਂ ਹੋਏਗਾ ਕਿਉਂਕਿ ਬੇਸ਼ੱਕ ਉਹ ਚੰਗੇ ਬੁਲਾਰੇ ਨੇ ਬੇਸ਼ੱਕ ਉਹ ਕਰਾਊਡ ਪੁੱਲਰ ਨੇ ਮਗਰ ਉਹਨਾਂ ਦੀ ਪੋਪੂਲੈਰਿਟੀ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਪੋਪੂਲੈਰਿਟੀ ਜਿਹੜੀ ਆ ਉਹ ਮਾਲਵੇ ਦੇ ਵਿੱਚ ਹੁਣ ਘਟਦੀ ਜਾ ਰਹੀ ਹੈ ਚਾਹੇ ਉਹ ਨਾਭੇ ਦੇ ਏਰੀਆ ਦੇ ਵਿੱਚ ਹੋਏ ਚਾਹੇ ਪਟਿਆਲੇ ਦੇ ਏਰੀਆ ਵਿੱਚ ਹੋਏ ਚਾਹੇ ਉਹ ਬਠਿੰਡਾ ਏਰੀਆ ਦੇ ਵਿੱਚ ਹੋਏ ਉੱਥੇ ਆਮ ਆਦਮੀ ਪਾਰਟੀ ਜਿਹੜੀ ਆ ਉਹਦੀ ਪੋਪੂਲੈਰਿਟੀ ਘਟ ਰਹੀ ਹੈ ਉਹਦੇ ਬਨਿਸਬਤ ਮਾਝੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਪੋਪੂਲੈਰਿਟੀ ਜਿਹੜੀ ਹੈ ਗਰਾਊਂਡ ਲੈਵਲ 'ਤੇ ਵੱਧ ਰਹੀ ਹੈ ਦੁਆਬੇ ਦੇ ਵਿੱਚ ਡੈਫੀਨੇਟਲੀ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਔਨ ਗਰਾਊਂਡ ਇਸ ਵੇਲੇ ਜੋ ਰਿਐਲਿਟੀ ਹੈ ਉਹਦੇ ਵਿੱਚ ਉਹ ਗੇਨ ਕਰੇਗੀ ਸੋ ਕੀ ਕੋਈ ਵੀ ਪਾਰਟੀ ਮੈਜੋਰਿਟੀ ਬਣਾ ਸਕੇਗੀ ਇਸ ਵੇਲੇ ਜੋ ਸਵਾਲ ਦਾ ਇਹ ਆਨਸਰ ਹੈ ਸਾਡੇ ਨਾਲ ਕਾਲਰਸ ਵੀ ਹੋਰ ਜੁੜ ਚੁੱਕੇ ਨੇ ਕੁਝ ਕਾਲਸ ਅਸੀਂ ਸਮੇਂ ਦੀ ਕਮੀ ਹੋਣ ਕਰਕੇ ਨਹੀਂ ਲੈ ਸਕਦੇ ਮਗਰ ਕੁਝ ਕਾਲਰ ਜਿਹੜੇ ਆ ਉਹਨਾਂ ਦੀ ਕਾਲ ਅਸੀਂ ਜ਼ਰੂਰ ਅਟੈਂਡ ਕਰ ਰਹੇ ਹਾਂ ਸਾਡੇ ਨਾਲ ਕਾਲਰ ਜੁੜੇ ਨੇ 9019 ਤੁਸੀਂ ਔਨ 에ਅਰ ਹੋ ਜੀ ਹੈਲੋ ਹਾਂਜੀ 9019 ਤੁਸੀਂ ਔਨ 에ਅਰ ਹੋ ਜੀ ਹਾਂਜੀ ਜਗਤਾਰ ਬੋਲ ਰਿਹਾ ਵੀਰ ਜੀ ਹਾਂਜੀ ਜਗਤਾਰ ਜੀ ਜੀ ਆਇਆਂ ਤੁਹਾਡੇ ਵਿਚਾਰ ਤੁਹਾਡੇ ਸੁਣ ਰਹੇ ਸੀਗੇ ਜੀ ਬੜੇ ਵਧੀਆ ਤੇ ਆਪਣੀ ਗੱਲ ਹੁਣ ਜੀ ਵੈਸੇ ਹੁੰਦੀ ਰਹਿੰਦੀ ਹੈ ਜੀ ਹੁਣ ਇਹ ਕਾਮਨ ਗੱਲਾਂ ਇਹ ਜਿਹੜੀਆਂ ਆਪਾਂ ਕਰ ਰਹੇ ਹਾਂ ਨਾ ਜੀ ਥੀਸ ਆਰ ਕਾਮਨ ਥਿੰਗਸ ਹੁਣ ਜਿੰਨੇ ਬੰਦੇ ਲੀਡਰ ਬਣੇ ਹੋਏ ਆ ਜਿਨ੍ਹਾਂ ਕੋਲ ਲੱਖਾਂ ਕਰੋੜਾਂ ਰੁਪਈਆ ਹੈਗਾ ਉਹਨਾਂ ਕੋਲ ਕਾਮਨ ਸੈਂਸ ਹੈ ਕਿ ਕਿੰਨਾ ਕੁ ਪੈਸਾ ਹੋਰ ਕਮਾ ਲੈਣਗੇ ਕਿੱਥੇ ਲੈ ਜਾਣਗੇ ਜੀ ਕਿਉਂਕਿ ਇੱਥੇ ਦੇਖੋ ਜੀ ਕਹਿੰਦੇ ਨਾ ਵੀ ਵੱਡੇ ਵੱਡੇ ਰਾਜੇ ਚਲੇ ਗਏ ਸਭ ਕੁਝ ਛੱਡ ਕੇ ਇਹਨਾਂ ਲੋਕਾਂ ਨੂੰ ਇੰਨੀ ਸਮਝ ਵੀ ਹੈ ਨਹੀਂ ਕਿ ਅਸੀਂ ਕੁਝ ਚੰਗਾ ਕਰ ਜੀਏ ਆਪਦਾ ਨਾਂ ਚੰਗੇ ਇਤਿਹਾਸ 'ਚ ਲਿਖ ਜੀਏ ਤਾਂ ਕਿ ਲੋਕੀ ਸਰੀਅਤ ਕੇ ਯਾਦ ਕਰਨ ਕਿਉਂਕਿ ਕਿਸੇ ਬਿਲਡਿੰਗ ਦੇ ਬਾਹਰ ਤੁਹਾਡਾ ਨਾਂ ਲਿਖਿਆ ਨਾ ਜੀ ਥੋੜੇ ਸਾਲਾਂ ਬਾਅਦ ਤੁਹਾਡਾ ਨਾਂ ਉੱਥੇ ਨਹੀਂ ਹੋਣਾ ਗਾ ਮਿਟ ਜਾਣਾ ਉਹ ਪਰ ਥੋੜਾ ਚੰਗਾ ਕੰਮ ਕੀਤਾ ਨਾ ਉਹ ਇਤਿਹਾਸ ਦੀ ਕਿਤਾਬ 'ਚ ਲਿਖਿਆ ਜਾਂਦਾ ਵਾ ਤੇ ਜਿਹੜੇ ਬੰਦੇ ਲੀਡਰ ਲਾਏ ਹੋਏ ਆ ਇਹਨਾਂ ਕੋਲੇ ਇੰਨੀ ਘੱਟ ਕਾਮਨ ਸੈਂਸ ਹੈਗੀ ਹੈ ਪਤਾ ਨਹੀਂ ਆਪਣੇ ਲੋਕ ਉੱਥੇ ਨਹੀਂ ਸੋਚਦੇ ਕਿ ਜਾਂ ਦੇਖੋ ਜੀ ਮੈਂ ਤੁਸੀਂ ਵੀ ਸੁਣਿਆ ਲੇਟਲੀ ਜੇ ਸਿੱਧੂ ਨੇ ਬਿਆਨ ਦਿੱਤੇ ਹੈਗੇ ਆ ਜੀ ਆਈ ਡੋਂਟ ਨੋ ਵੀ ਕੰਮ ਕਿੱਦਾਂ ਕਰੇਗਾ ਨਹੀਂ ਕਰੇਗਾ ਉਹ ਪਰ ਆਈ ਵੁੱਡ ਲਾਈਕ ਟੂ ਜੇ ਮੈਂ ਕਾਂਗਰਸ ਦਾ ਲੀਡਰ ਹੋਵਾਂ ਪ੍ਰਧਾਨ ਹੋਵਾਂ ਨਾ ਜੀ ਇਹ ਰਾਹੁਲ ਜੀ ਦੀ ਜਗ੍ਹਾ ਤੇ ਆਈ ਵਿਲ ਰਿਮੂਵ ਕੈਪਟਨ ਅਮਰਿੰਦਰ ਸਿੰਘ ਟੁਮਾਰੋ ਸਰ ਜੀ ਤੁਸੀਂ ਸੇਵਾ ਕਰ ਲਈ ਯੂ ਆਰ ਰਿਟਾਇਰਡ ਥੈਂਕ ਯੂ ਵੈਰੀ ਮਚ ਜੋ ਹੁੰਦਾ ਹੋਈ ਚੱਲਣ ਦੋ ਕਈ ਵਾਰੀ ਸਿਆਣੇ ਕਹਿੰਦੇ ਨਾ ਵੀ ਤੁਸੀਂ ਇੱਕ ਰੋਡ ਤੇ ਜਾ ਰਹੇ ਹੋ ਨਾ ਅੱਗੋਂ ਯੂ ਹੈਵ ਚੋਇਸ ਟੂ ਗੋ ਲੈਫਟ ਰਾਈਟ ਯੂ ਹੈਵ ਟੂ ਮੇਕ ਵਨ ਟਰਨ ਆਈਦਰ ਲੈਫਟ or ਰਾਈਟ ਯੂ ਕੈਨ ਸਟੈਂਡ ਦੇਅਰ ਫੋਰਐਵਰ ਸੋ ਆਈ ਥਿੰਕ ਇਟਸ ਟਾਈਮ ਦੈਟ ਜਦ ਤੁਸੀਂ ਆਖਿਆ ਵੀ ਸਿੱਧੂ ਕੋਲੇ 15-20 ਸਾਲ ਹੋਰ ਪਏ ਹੈ ਤੇ ਆਈ ਥਿੰਕ ਕਾਂਗਰਸ ਸ਼ੁੱਡ ਲੈਟ ਹਿਮ ਬੀ ਦ ਲੀਡਰ ਲੈਟ ਹਿਮ ਬੀ ਦ CM ਕੈਂਡੀਡੇਟ ਐਂਡ ਫਿਰ ਦੇਖੋ ਕੀ ਹੁੰਦਾ ਤੇ ਜੋ ਨਤੀਜਾ ਆਏਗਾ ਦੇਖੀ ਜਾਏਗੀ ਜਗਤਾਰ ਜੀ ਤੁਸੀਂ ਗੱਲ ਬਹੁਤ ਵਧੀਆ ਕੀਤੀ ਹੈ ਮਗਰ ਅਫਸੋਸ ਦੀ ਗੱਲ ਹੈ ਮੈਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਜਦੋਂ ਲਾਸਟ ਟਾਈਮ ਜਦੋਂ 2017 'ਚ ਇਲੈਕਸ਼ਨ ਹੋਈ ਸੀਗੀ ਮੇਰਾ ਇੱਕ ਦੋਸਤ ਨੇ ਉਹ ਇੱਕ ਯੂਨੀਅਨ ਦੇ ਪ੍ਰਧਾਨ ਨੇ
ਔਰ ਸਰਕਾਰੀ ਨੌਕਰੀਆਂ ਉਹਦੇ ਵਿੱਚ ਹੁੰਦੀਆਂ ਨੇ। ਮੈਂ ਉਹਨਾਂ ਨੂੰ ਜਦੋਂ ਇਹ ਸਵਾਲ ਕੀਤਾ ਕਿ ਤੁਸੀਂ ਕੀ ਆਮ ਆਦਮੀ ਪਾਰਟੀ ਦੇ ਬਹੁਤ ਵਧੀਆ ਏਜੰਡੇ ਨੇ ਉਸ ਟਾਈਮ ਜੋ ਵੀ ਹੈ ਪੰਜਾਬ ਦੀ ਸੁਧਾਰ ਕਰਨ ਦੀਆਂ, ਚਾਹੇ ਡਰੱਗਸ ਦੀ ਗੱਲ ਹੈ, ਅਤੇ ਤੁਸੀਂ ਕੀ ਸੁਣ ਰਹੇ ਹੋ, ਕੀ ਤੁਹਾਡੇ ਵਿਚਾਰ ਨੇ। ਅਤੇ ਮੈਂ ਜਵਾਬ ਸੁਣ ਕੇ ਉਹਨਾਂ ਤੋਂ, ਆਪਣੇ ਮਿੱਤਰ ਤੋਂ ਬੜਾ ਹੈਰਾਨ ਹੋਇਆ। ਔਰ ਇਹ ਸ਼ਾਇਦ ਪੰਜਾਬੀ ਐਵੇਂ ਸੋਚਦੇ ਨੇ ਕੁਛ ਹੱਦ ਤੱਕ, ਹਰ ਪੰਜਾਬੀ ਨਹੀਂ ਮਗਰ ਬਹੁਤ ਸਾਰੇ। ਉਹਨਾਂ ਦਾ ਇਹ ਜਵਾਬ ਸੀਗਾ ਕਿ ਸਾਡੇ ਕੋਲ ਬਹੁਤ ਸਾਰੇ ਮੇਰੇ ਕੋਲ ਜਿਹੜੇ ਆ ਮੇਰੇ ਇੰਪਲੋਈਜ਼ ਆਏ ਨੇ ਜਿਹੜੇ ਉਸ ਯੂਨੀਅਨ ਦੇ ਮੈਂਬਰ ਨੇ, ਔਰ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਕਿਤੇ ਆਮ ਆਦਮੀ ਪਾਰਟੀ ਉੱਥੇ ਨਾ ਆ ਜਾਏ, ਕਿਤੇ ਆ ਗਈ ਅਤੇ ਇਹ ਨਾ ਹੋਏ ਸਾਡੀ ਇਨਕੁਆਇਰੀ ਖੁੱਲ੍ਹ ਜਾਏ ਕਿ ਅਸੀਂ ਪੈਸੇ ਦੇ ਕੇ ਉੱਥੇ ਨੌਕਰੀਆਂ ਲਈਆਂ ਨੇ, ਅਸੀਂ ਆਪਣੇ ਕੰਮ ਕਰਾਉਣੇ ਨੇ, ਇਸ ਕਰਕੇ ਸਾਨੂੰ ਆਮ ਆਦਮੀ ਪਾਰਟੀ ਨਹੀਂ ਚਾਹੀਦੀ। ਸੋ ਗੱਲ ਇਹ ਹੈ ਕਿ ਅਸੀਂ ਜਦੋਂ ਇਹ ਸੋਚ ਰੱਖਦੇ ਹਾਂ, ਮੈਂ ਲੀਡਰਾਂ ਨੂੰ ਕਦੀ ਵੀ ਦੋਸ਼ ਨਹੀਂ ਦਿੰਦਾ। ਉਹਦਾ ਰੀਜ਼ਨ ਇਹ ਹੈ ਕਿ ਲੀਡਰ ਜਿਹੜੇ ਨੇ ਅਸੀਂ ਵੋਟਰ ਹੀ ਚੁਣਦੇ ਆ। ਲੀਡਰ ਕਰਪਟ ਨਹੀਂ ਹੁੰਦਾ, ਮੇਰਾ ਇਹ ਮੰਨਣਾ ਹੈ। ਵੋਟਰ ਕਰਪਟ ਹੁੰਦਾ, ਵੋਟਰ ਹੀ ਪੈਸੇ ਖਾਂਦਾ, ਵੋਟਰ ਹੀ ਵੋਟ ਪੈਸੇ ਲੈ ਕੇ ਵਰਤਦਾ, ਵੋਟਰ ਹੀ ਜਿਹੜਾ ਆ ਉਹ ਕਰਪਸ਼ਨ ਜਿਹੜੀ ਆ ਕਰਦਾ। ਜਿਵੇਂ ਦੇ ਉਹ ਲੀਡਰ ਤਿਆਰ ਕਰਦੇ ਨੇ ਉਵੇਂ ਦਾ ਹੀ ਪੰਜਾਬ ਦੇ ਵਿੱਚ ਹਾਲਾਤ ਰਹਿਣਗੇ। ਜਿਸ ਦਿਨ ਵੋਟਰ ਜਿਹੜਾ ਆ ਉਹ ਪੰਜਾਬ ਦਾ ਉਹ ਕਰਪਟ ਨਹੀਂ ਹੋਇਆ, ਜਿੱਦਣ ਉਹ ਇਮਾਨਦਾਰ ਹੋ ਗਿਆ ਜਗਤਾਰ ਜੀ, ਉਦਣ ਚਾਹੇ ਕੈਪਟਨ ਸਾਹਿਬ ਹੋਏ, ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਹੋਣ, ਚਾਹੇ ਉਹ ਕੋਈ ਵੀ ਲੀਡਰ ਹੈ, ਉਹ ਬਿਨਾਂ ਵੋਟਾਂ ਦੇ ਤੇ ਵੋਟਰ ਲੀਡਰ ਬਣ ਨਹੀਂ ਸਕਦਾ। ਸੋ ਇਸ਼ੂ ਪੰਜਾਬ ਦੇ ਵਿੱਚ ਇਸ ਵੇਲੇ ਜਿਹੜਾ ਹੈ ਇਹ ਹੈ ਕਿ ਉੱਥੇ ਕਰਪਸ਼ਨ ਲੋਕਾਂ ਦੇ ਮਨ ਦੇ ਵਿੱਚ ਹੈ, ਵੋਟਰ ਦੇ ਮਨ 'ਚ ਹੈ। ਸੋ ਇਸ ਇਸ਼ੂ ਨੂੰ ਤੁਸੀਂ, ਸਰਕਾਰ ਨਹੀਂ ਦੂਰ ਕਰ ਸਕਦੀ, ਨਾ ਇਕੱਲਾ ਸਿੱਧੂ ਦੂਰ ਕਰ ਸਕਦਾ। ਸਿੱਧੂ ਦੇ ਅਗੇਂਸਟ ਚਾਹੇ ਆਮ ਆਦਮੀ ਪਾਰਟੀ ਹੈ, ਜਿਹੜਾ ਵੀ ਓਨੈਸਟ ਹੈ, ਵੇਖੋ ਡਾਕਟਰ ਗਾਂਧੀ ਵਰਗਾ ਓਨੈਸਟ ਬੰਦਾ ਕੌਣ ਸੀਗਾ, ਠੀਕ ਹੈ। ਹੋਰ ਵੀ ਲੋਕ ਉੱਥੇ ਓਨੈਸਟ ਨੇ, ਲੀਡਰ ਜਿਹੜੇ ਮਿਹਨਤ ਕਰਨਾ ਚਾਹੁੰਦੇ ਆ, ਮਗਰ ਉਹਨਾਂ ਨੂੰ ਉੱਪਰ ਨਹੀਂ ਆਉਣ ਦਿੱਤਾ ਜਾਏਗਾ। ਉਹਦਾ ਰੀਜ਼ਨ ਇਹ ਹੈ ਕਿ ਹਰ ਬੰਦਾ ਹੀ ਉਹ ਕਰਪਸ਼ਨ ਵਿੱਚ ਆਪਣਾ ਹੱਥ ਪਾ ਕੇ ਬੈਠਾ ਆ, ਉਹਦੇ ਬਿਨਾਂ ਉਹਦਾ ਗੁਜ਼ਾਰਾ ਨਹੀਂ ਹੈ। ਕੀ ਤੁਹਾਨੂੰ ਲੱਗਦਾ ਕਿ ਕੈਪਟਨ ਸਾਹਿਬ ਕਦੀ ਵਿਕਰਮਜੀਤ ਸਿੰਘ ਮਜੀਠੀਆ ਨੂੰ ਜੇਲ੍ਹ ਦੇਗਾ? ਕਦੀ ਵੀ ਨਹੀਂ ਹੋ ਸਕਦਾ, ਠੀਕ ਹੈ। ਇਸ ਕਰਕੇ ਉਹ ਰਲ ਕੇ, ਸੋ ਇਸ ਕਰਕੇ ਉੱਥੇ ਨਾ ਤੇ ਡਰੱਗਸ ਖਤਮ ਹੋਣੀ ਹੈ, ਚਾਹੇ ਉੱਥੇ ਗੁਟਕੇ ਦੇ ਹੱਥ ਰੱਖਿਆ ਹੋਏ। ਜਦੋਂ ਜ਼ਮੀਰ ਹੀ ਉੱਥੇ ਜਿਹੜੀ ਹੈ ਪੋਲੀਟੀਸ਼ੀਅਨਾਂ ਦੀ ਬਹੁਤਿਆਂ ਦੀ ਮਰ ਚੁੱਕੀ ਹੈ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਲੋਕਾਂ ਨਾਲ ਕੀ ਹੋ ਰਿਹਾ। ਮੈਂ ਹੁਣੇ ਐਗਜ਼ਾਮਪਲ ਦੇ ਕੇ ਹਟਿਆ ਕਿ ਪੰਜਾਬ ਸਰਕਾਰ ਜਿਹੜੀ ਹੈ ਉਹ ਕੋਸ਼ਿਸ਼ ਕਰ ਰਹੀ ਹੈ ਕਿ ਜਿੰਨਾ ਬੱਚਾ ਉੱਥੋਂ ਬਾਹਰ ਨਿਕਲ ਸਕੇ ਓਨਾ ਹੀ ਚੰਗਾ। ਉਹਨਾਂ ਨੇ ਕੋਵਿਡ 'ਚ ਅਗਰ ਛੋਟ ਦਿੱਤੀ ਹੈ ਤਾਂ ਆਈਲੈਟ ਸੈਂਟਰ ਦੀ ਦਿੱਤੀ ਆ। ਹੁਣ ਤੁਸੀਂ ਇਹ ਦੱਸੋ ਆਈਲੈਟ ਸੈਂਟਰ ਕਿੰਨਾ ਕੁ ਇੰਪੋਰਟੈਂਟ ਸੈਂਟਰ ਹੈ ਜਿਹਦੇ ਉੱਤੇ ਜਿਹਨੂੰ ਛੋਟ ਦੇਣ ਦੀ ਲੋੜ ਹੈ, ਕਿਉਂ ਦਿੱਤੀ ਜਾ ਰਹੀ ਹੈ, ਸਾਨੂੰ ਸਾਰਿਆਂ ਨੂੰ ਪਤਾ। ਸੋ ਇਹ ਅਪਰੋਚ ਉੱਥੇ ਜਿਹੜੀ ਆ ਪੰਜਾਬ ਸਰਕਾਰ ਨੇ ਅਪਣਾਈ ਹੋਈ ਹੈ ਕਿ ਜਿੰਨੇ ਇੱਥੋਂ ਯੰਗ ਬੱਚੇ ਚਲੇ ਜਾਣਗੇ ਉਨਾ ਹੀ ਉਹਨਾਂ ਲਈ ਇਸ਼ੂ ਘੱਟ ਆਉਣਗੇ। ਬਿਲਕੁਲ ਜੀ। ਨਾਲੇ ਜਿਹੜੀ ਤੁਸੀਂ ਗੱਲ ਆਖੀ ਹੈ ਨਾ ਜੀ, ਵੀ ਇੱਕ ਨਾ ਜਿਹੜੀ ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਚਲੋ ਆਪਾਂ ਹੁਣ ਬਾਹਰ ਆ ਕੇ ਸੋਚ ਬਦਲੀ ਹੈ, ਉੱਥੇ ਜਾਂ ਤਾਂ ਆਪਣਾ ਮੁਲਕ ਇੰਨੀ ਦੇਰ ਰਾਜਿਆਂ ਥੱਲੇ ਰਿਹਾ ਵਾ, ਉਹ ਗੁਲਾਮੀ ਜਿਹੜੀ ਹੈ ਨਾ, ਉਹ ਕੀ ਕਹੀਏ ਜੀ, ਹੁਣ DNA ਦਾ ਪਾਰਟ ਬਣ ਚੁੱਕੀ ਹੈ। ਕਿਸੇ ਦੇ ਥੱਲੇ ਲੱਗ ਕੇ ਰਹਿਣਾ, ਕਿਸੇ ਤੋਂ ਮੂਹਰੇ ਬਿਨਾਂ ਗੱਲ ਤੋਂ ਸਿਰ ਨੀਵਾਂ ਕਰੀ ਜਾਣਾ ਤੇ ਕਿਸੇ ਦੀ ਚਮਚਾਗਿਰੀ ਕਰੀ ਜਾਣਾ। ਆਈ ਥਿੰਕ ਇਟਸ ਪਾਰਟ ਆਫ ਦੀ DNA ਔਰ ਕਲਚਰ ਆਫ ਦ ਲੈਂਡ। ਬਿਲਕੁਲ ਸਹੀ ਗੱਲ ਕੀਤੀ ਹੈ ਜਗਦਾਜ ਜੀ, ਆਦਤ ਪੈ ਜਾਂਦੀ ਹੈ। ਵੇਖੋ ਅਸੀਂ ਵੀ ਸਾਰੇ ਇੱਥੇ ਨਵੇਂ ਸਿਸਟਮ 'ਚ ਆਏ ਹਾਂ, ਨਵਾਂ ਸਿਸਟਮ ਜਿਹੜਾ ਆ ਉਹਨੇ ਸਾਨੂੰ ਸਿਖਾਇਆ। ਅਸੀਂ ਬਹੁਤ ਧੰਨਵਾਦੀ ਹਾਂ ਐਸੇ ਦੇਸ਼ ਦਾ, ਕੈਨੇਡਾ ਵਰਗੇ ਦੇਸ਼ ਦਾ, ਜਿਹਨੇ ਸਾਨੂੰ ਬਹੁਤ ਡਿਫਰੈਂਟ ਬਣਾਇਆ ਹੈ। ਸਾਡੀ ਸੋਚ ਜਿਹੜੀ ਆ ਉਹਨੂੰ ਫਰਕ ਪਾਇਆ, ਤਦ ਹੀ ਅਸੀਂ ਅੱਜ ਇਸ ਚੀਜ਼ ਨੂੰ ਪੀੜ ਮਹਿਸੂਸ ਕਰਦੇ ਹਾਂ। ਅਗਰ ਉੱਥੇ ਜੋ ਚੀਜ਼ਾਂ ਹੋ ਰਹੀਆਂ ਨੇ, ਚਾਹੇ ਪੈਟਰੋਲ ਦੇ ਰੇਟ ਨੇ, ਚਾਹੇ ਉੱਥੇ ਕੰਸਟਰਕਸ਼ਨ ਬੰਦ ਹੋਈ ਹੈ, ਚਾਹੇ ਉੱਥੇ ਲੁਧਿਆਣੇ ਵਰਗੇ ਸ਼ਹਿਰ 'ਚ ਮੈਨਚੈਸਟਰ ਆਫ ਇੰਡੀਆ, ਉੱਥੇ ਬਟਾਲਾ ਵਰਗਾ ਸ਼ਹਿਰ, ਉੱਥੇ ਜਿਹੜੇ ਜਿੱਥੇ ਕਿ ਖਰਾਦ ਇੰਨੀ ਸੀਗੀ, ਜਿੱਥੇ ਉੱਥੇ ਲੇਟ ਦਾ ਇੰਨਾ ਕੰਮ ਹੁੰਦਾ ਸੀਗਾ, ਸਾਰੇ ਕੰਮ ਜਿਹੜੇ ਆ ਪੰਜਾਬ ਦੇ ਵਿੱਚ ਬੰਦ ਹੋ ਚੁੱਕੇ ਆ। ਅੱਜ ਉਹ ਜਿਹੜੀ ਆ ਚੀਜ਼ ਜਿਹੜੀ ਆ ਸਾਨੂੰ ਇੱਥੇ ਬੈਠਿਆਂ ਮਹਿਸੂਸ ਹੁੰਦੀ ਹੈ ਜਦੋਂ ਅਸੀਂ ਇਹਨਾਂ ਦੇਸ਼ਾਂ ਦੇ ਵਿੱਚ ਰਹਿੰਦੇ ਹਾਂ ਕਿ ਉੱਥੇ ਲੋਕ ਜਿਹੜੇ ਆ ਉਹਨਾਂ ਦੇ ਨਾਲ ਸਰਕਾਰਾਂ ਜਿਹੜੀਆਂ ਨੇ, ਪੋਲੀਟਿਕਸ ਜਿਹੜੀ ਆ ਉਹ ਕਿੰਨਾ ਮਾੜਾ ਕਰ ਰਹੀ ਹੈ। ਚੰਗੇ ਲੋਕ ਉੱਥੋਂ ਜਿਹੜੇ ਆ ਉਹ ਛੱਡ ਕੇ ਸਿਸਟਮ ਨੂੰ, ਉਹ ਉੱਥੋਂ ਦੇ ਸਿਸਟਮ ਕਾਰਨ ਦੁਖੀ ਹੋ ਕੇ ਉਹ ਫੌਰਨ ਆ ਕੇ ਸੈਟਲ ਹੋਣਾ ਚਾਹੁੰਦੇ ਨੇ। ਇਹ ਇੱਕ ਸਾਡੇ ਲਈ ਬੜੀ ਮਾੜੀ ਚੀਜ਼ ਹੈ ਜਿਹੜੇ ਐਜ਼ ਪੰਜਾਬੀ। ਤੁਸੀਂ ਇਹਦੇ ਉੱਤੇ ਕੀ ਕਹੋਗੇ? ਵੀਰ ਜੀ ਮੈਂ ਤੇ ਇੱਕ ਗੱਲ ਕਰਨਾ, ਦੇਖੋ ਜਿਹੜੇ ਮੁਲਕ 'ਚ ਆਪਾਂ ਬੈਠੇ ਆ ਨਾ ਜੀ, ਇਹ ਧਰਤੀ ਕਲਾਈਮੇਟ ਪੱਖੋਂ ਇਨਸਾਨ ਦੇ ਰਹਿਣ ਯੋਗ ਨਹੀਂ ਸੀ ਜੀ। ਕਲਾਈਮੇਟ ਪੱਖੋਂ ਇਨਸਾਨ ਦੇ ਰਹਿਣ ਯੋਗ ਨਹੀਂ ਸੀਗੀ, ਪਰ ਇੱਥੇ ਲੋਕਾਂ ਨੇ ਮਿਹਨਤਾਂ ਕੀਤੀਆਂ, ਇਹਨੂੰ ਬੰਦੇ ਦੇ ਰਹਿਣ ਯੋਗ ਬਣਾਤਾ। ਜਿਹੜੀ ਧਰਤੀ ਤੋਂ ਤੁਸੀਂ ਤੇ ਮੈਂ ਆਏ ਆ ਨਾ ਜੀ, ਉਹ ਇਨਸਾਨ ਦੇ ਰਹਿਣ ਯੋਗ ਸੀ ਕਲਾਈਮੇਟ ਪੱਖੋਂ ਜੀ, ਪਰ ਅਸੀਂ ਲੋਕਾਂ ਨੇ
ਉਹਦਾ ਸਤਿਆਨਾਸ਼ ਕਰਤਾ। ਬਿਲਕੁਲ ਸਹੀ ਗੱਲ ਹੈ ਜਗਤਾਰ ਜੀ। ਅੱਜ ਸਾਡੇ ਕੋਲ ਸਮੇਂ ਦੀ ਕਮੀ ਹੈ, ਸਿਰਫ 2 ਮਿੰਟ ਸਾਡੇ ਕੋਲ ਇਸ਼ਾਰਾ ਹੋ ਗਿਆ ਤੇ ਬਹੁਤ ਬਹੁਤ ਸ਼ੁਕਰੀਆ। ਤੁਸੀਂ ਹਮੇਸ਼ਾ ਆ ਕੇ ਆਪਣੇ ਵਧੀਆ ਵਿਚਾਰ ਦਿੰਦੇ ਹੋ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੇ ਅਸੀਂ ਨੇ ਕਿਆ ਕਰੀਏ, ਵੀ ਆਪਾਂ ਵਧੀਆ ਵਸਦੇ ਆ, ਫਿਰ ਵੀ ਇੱਥੋਂ ਜੰਮੇ ਪਲੇ ਮਿੱਟੀ ਨਾਲ ਨਾ ਬੜਾ ਹੁੰਦਾ ਯਾਰ ਵੀ ਉਹ ਮੁਲਕ ਤਰੱਕੀ ਕਰੇ, ਲੋਕ ਖੁਸ਼ਹਾਲ ਰਹਿਣ, ਲੋਕਾਂ ਨੂੰ ਹਰ ਸਹੂਲਤ ਮਿਲੇ। ਪਰ ਉਹ ਦਿਨੋਂ ਦਿਨ ਨਾ every day it's going down day by day, ਉਹ down ਹੀ ਹੋ ਰਿਹਾ ਵਾ। we can see that country dying, that nation dying। so ਜੀ ਸਾਡੀ ਬਿਲਕੁਲ ਥੈਂਕ ਯੂ ਜਗਤਾਰ ਜੀ। ਗੱਲ ਇਹ ਹੈ ਕਿ ਜਿਵੇਂ ਅਸੀਂ ਗੱਲ ਕਰ ਰਹੇ ਹਾਂ, ਇੱਕ ਇਸ਼ੂ ਨਹੀਂ ਹੈ। ਜੇ ਅਸੀਂ ਸਿਰਫ ਪੰਜਾਬ ਦੀ ਗੱਲ ਕਰੀਏ, ਦੇਖੋ ਉੱਥੇ ਜਿਹੜਾ ਡਰੱਗਸ ਦਾ ਇਸ਼ੂ ਜਿਹੜਾ ਆ ਉਹ ਨਹੀਂ ਖਤਮ ਹੋਇਆ। ਲਗਾਤਾਰ ਉੱਥੇ ਜਿਹੜੀ ਆ ਸਾਡੀ ਪੰਜਾਬ ਦੀ ਰਿਪਰੈਜ਼ੈਂਟੇਸ਼ਨ ਜਿਹੜੀ ਆ ਏਸ਼ੀਅਨ ਗੇਮਸ ਦੇ ਵਿੱਚ, ਨੈਸ਼ਨਲ ਗੇਮਸ ਦੇ ਵਿੱਚ, ਉਹ ਬੜੀ ਘਟਦੀ ਜਾ ਰਹੀ ਹੈ। ਜਿੱਥੋਂ ਤੱਕ ਉੱਥੇ ਕਿਸੇ ਜ਼ਮਾਨੇ ਦੇ ਵਿੱਚ ਸਭ ਤੋਂ ਜ਼ਿਆਦਾ ਡਿਫੈਂਸ ਦੇ ਆਫਿਸਰ ਜਿਹੜੇ ਸੀਗੇ ਉਹ ਪੰਜਾਬੀ ਹੁੰਦੇ ਸੀਗੇ। ਔਰ ਇਹ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਇਸ ਵੇਲੇ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਦਾ ਯੂਥ ਹੈ ਉਹਦੇ ਵਿੱਚ ਫਿਜ਼ੀਕਲੀ ਉਹ ਇੰਨੇ ਕੈਪੇਬਲ ਨਹੀਂ ਹੈਗੇ ਕਿ ਉਹ ਫੌਜ ਦੀਆਂ ਭਰਤੀਆਂ ਜਿਹੜੀਆਂ ਨੇ ਉਹਨਾਂ ਨੂੰ ਵੀ ਪਾਸ ਕਰ ਸਕਣ, ਆਫਿਸਰ ਬਣ ਸਕਣ। ਬਹੁਤ ਜ਼ਿਆਦਾ ਕਮੀ ਉਹਦੇ 'ਚ ਆ ਚੁੱਕੀ ਹੈ। ਭਾਵੇਂ ਕਿ ਕੈਪਟਨ ਸਾਹਿਬ ਦਾ ਇਹ ਜ਼ਰੂਰ ਫੋਕਸ ਰਿਹਾ ਹੈ। ਉਹ ਤੀਸਰਾ ਸੈਨਿਕ ਸਕੂਲ ਜਿਹੜਾ ਆ ਉਹ ਵੀ ਪੰਜਾਬ ਦੇ ਵਿੱਚ ਡਿਮਾਂਡ ਕਰ ਰਹੇ ਨੇ ਕਿ ਸਾਡੇ ਇੱਥੇ ਤੀਸਰਾ ਸੈਨਿਕ ਸਕੂਲ ਜਿਹੜਾ ਆ ਉਹ ਵੀ ਲਿਆਂਦਾ ਜਾਏ। ਇੱਕ ਬਹੁਤ ਵਧੀਆ ਜਿਹੜਾ ਇਹ ਇੱਕ ਕਲਚਰ ਬਣ ਸਕਦੀ ਹੈ। ਕਦੀ ਜਦੋਂ ਪੰਜਾਬੀ ਜਿਹੜੇ ਆ ਜ਼ਿਆਦਾ ਫੌਜ ਜਾਂਦੇ ਸੀਗੇ, ਉੱਥੇ ਫੌਜ ਦੇ ਅਫਸਰ ਬਣਦੇ ਸੀਗੇ ਤੇ ਸਮਾਜ ਜਿਹੜਾ ਸੀਗਾ ਉਹ ਡਿਫਰੈਂਟ ਸੀਗਾ। ਉੱਥੇ ਹੈਲਥ ਵੱਲ ਲੋਕ ਬਹੁਤ ਵੇਖਦੇ ਸੀਗੇ। ਇਸ ਹੀ ਉਮੀਦ ਦੇ ਨਾਲ ਕਿ 2022 ਦੀ ਇਲੈਕਸ਼ਨਾਂ ਵਿੱਚ ਪੰਜਾਬੀ ਵੋਟਰ ਜਿਹੜਾ ਉਹ ਅਲਰਟ ਹੋਏਗਾ, ਉਹ ਸਵਾਲ ਕਰੇਗਾ, ਮੁੱਦਿਆਂ ਦੀ ਗੱਲ ਕਰੇਗਾ, ਨਾ ਕਿ ਸਿੱਖ ਚਿਹਰਾ ਹੈ ਜਾਂ ਹਿੰਦੂ ਚਿਹਰਾ ਹੈ ਉਹਦੀ ਚਿੰਤਾ ਦੀ ਬਿਨਾਂ। ਕਿਰਪਾ ਕਰਕੇ ਵੋਟ ਜਿਹੜੀ ਹੈ ਪੰਜਾਬੀ ਵੋਟਰ ਜਿਹੜਾ ਹੈ ਉਹ ਸੋਚ ਕੇ ਪਾਏ। ਇਸੇ ਉਮੀਦ ਦੇ ਨਾਲ ਤੁਹਾਡੇ ਤੋਂ ਅਲਵਿਦਾ ਲੈਂਦੇ ਹਾਂ। ਅਗਲੇ ਐਤਵਾਰ ਫਿਰ ਮਿਲਾਂਗੇ ਇੱਕ ਨਵੇਂ ਮੁੱਦੇ ਦੇ ਨਾਲ। ਤਦ ਤੱਕ ਤੁਹਾਡਾ ਰੱਬ ਰਾਖਾ। The views expressed